हाँ जी स्टूडेंट्स, ਅੱਜ ਅਸੀਂ +2 ਕਲਾਸ ਇੰਗਲਿਸ਼ ਇਲੈਕਟਿਵ ਦੇ 5ਵੇਂ ਚੈਪਟਰ ਅ ਟਾਈਨੀ ਸੈਂਚੁਰੀ ਜਿਸ ਨੂੰ ਕਿ ਜੌਨ ਪੌਲ ਸਾਰਟਰ ਨੇ ਲਿਖਿਆ ਹੋਇਆ ਹੈ, ਇਸ ਚੈਪਟਰ ਦੇ ਅਸੀਂ ਸ਼ਾਰਟ ਆਨਸਰ ਟਾਈਪ ਕੁਐਸਚਨਸ ਕਵਰ ਕਰਾਂਗੇ। ਇਹ ਵੀਡੀਓ ਇਸ ਚੈਪਟਰ ਦੀ ਸੀਰੀਜ਼ ਦਾ ਸਾਡਾ ਤੀਸਰਾ ਵੀਡੀਓ ਹੋਏਗਾ। ਹਾਂਜੀ ਸਟੂਡੈਂਟਸ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਆਲਰੇਡੀ ਇਸ ਚੈਪਟਰ ਦੇ 2 ਵੀਡੀਓਜ਼ ਬਣਾ ਚੁੱਕਿਆ ਹਾਂ। ਚੈਪਟਰ ਦੀ ਸੀਰੀਜ਼ ਦੇ ਪਹਿਲੇ ਵੀਡੀਓ ਦੇ ਵਿੱਚ ਮੈਂ ਇਸ ਚੈਪਟਰ ਦਾ ਇੰਟਰੋਡਕਟਰੀ ਪੈਰਾ ਅਤੇ ਇਸ ਦਾ ਆਲਮੋਸਟ ਹਾਫ ਆਫ ਦਾ ਚੈਪਟਰ ਕੰਪਲੀਟ ਕੀਤਾ ਹੈ, ਜੋ ਕਿ 8ਵੇਂ ਪੁਆਇੰਟ ਤੱਕ ਬਣਦਾ ਹੈ। ਤਾਂ ਉਮੀਦ ਹੈ ਬੱਚਿਓ ਕਿ ਤੁਸੀਂ ਇਹ ਸਾਰਾ ਵੀਡੀਓ ਦੇਖਿਆ ਹੋਵੇਗਾ। ਜੇਕਰ ਤੁਹਾਡਾ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਇਸ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ। ਇਸੇ ਤਰ੍ਹਾਂ ਮੈਂ ਇਸ ਚੈਪਟਰ ਦੀ ਸੀਰੀਜ਼ ਦੇ ਦੂਸਰੇ ਵੀਡੀਓ ਦੇ ਵਿੱਚ ਮੈਂ ਬਾਕੀ ਦਾ ਰਹਿੰਦਾ ਸਾਰਾ ਚੈਪਟਰ ਐਕਸਪਲੇਨ ਕੀਤਾ ਹੈ ਅਤੇ ਇਸ ਚੈਪਟਰ ਦੇ ਵਿੱਚ ਜਿੰਨੇ ਵੀ ਵਰਡਸ ਆਏ ਆ ਉਹਨਾਂ ਨੂੰ ਮੈਂ ਆਪਣੇ ਵੱਲੋਂ ਤੁਹਾਨੂੰ ਸਮਝਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਇਵਨ ਕਿ ਜੋ ਇਡੀਅਮਸ ਆਏ ਹੈ, ਫਰੇਜ਼ਲ ਵਰਬਸ ਆਈ ਹੈ ਜਾਂ ਕੁਐਸਚਨ ਦੇ ਨਾਲ ਰਿਲੇਟਡ ਜੋ ਵੀ ਟਰਮਸ ਆਈਆਂ ਬੱਚਿਓ, ਉਹ ਵੀ ਮੈਂ ਸਮਝਾਏ ਨੇ। ਜੇਕਰ ਤੁਹਾਡਾ ਇਹ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਤੁਹਾਨੂੰ ਇਸ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਇਹ ਦੋਨੇ ਵੀਡੀਓ ਜ਼ਰੂਰ ਦੇਖੋ, ਤਾਂ ਹੀ ਫਿਰ ਅੱਜ ਦੇ ਜਿਹੜੇ ਸ਼ਾਰਟ ਆਨਸਰ ਟਾਈਪ ਕੁਐਸਚਨ ਆਨਸਰਸ ਹੈ ਬੱਚਿਓ ਸਮਝ ਆ ਸਕਦੇ ਨੇ, ਬਿਕੋਜ਼ ਚੈਪਟਰ ਦੇ ਟੈਕਸਟ ਨੂੰ ਸਮਝ ਕੇ ਹੀ ਅਸੀਂ ਇਹਨਾਂ ਸ਼ਾਰਟ ਆਨਸਰ ਟਾਈਪ ਕੁਐਸਚਨਸ ਦਾ ਆਨਸਰ ਦੇਣ ਦੇ ਯੋਗ ਹੋਵਾਂਗੇ। ਸਟੂਡੈਂਟਸ, ਅੱਜ ਵਾਲੇ ਵੀਡੀਓ ਦੇ ਵਿੱਚ ਅਸੀਂ ਇਸ ਚੈਪਟਰ ਦੇ ਐਂਡ ਦੇ ਵਿੱਚ ਦਿੱਤੇ ਹੋਏ ਕੰਪਰੀਹੈਂਸ਼ਨ ਵਾਲੇ ਹਿੱਸੇ ਦੇ ਵਿੱਚ ਜੋ ਸਾਨੂੰ ਕੁਐਸਚਨ ਆਨਸਰਸ ਦਿੱਤੇ ਨੇ ਉਹਨਾਂ ਨੂੰ ਅਸੀਂ ਕਵਰ ਕਰਾਂਗੇ। ਤਾਂ ਜਿਸ ਤਰ੍ਹਾਂ ਕਿ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕਿ ਇਹ ਕਾਫੀ ਸਾਰੇ ਕੁਐਸਚਨ ਆਨਸਰਸ ਨੇ, ਆਲਮੋਸਟ ਇਹ ਕਈ ਪਾਰਟਸ ਦੇ ਵਿੱਚ ਵੀ ਨੇ। ਤਾਂ ਮੈਂ ਅੱਜ ਵਾਲੇ ਵੀਡੀਓ ਦੇ ਵਿੱਚ ਬੱਚਿਓ ਇਹਨਾਂ ਦੇ ਵਿੱਚੋਂ ਕਾਫੀ ਸਾਰੇ ਕੁਐਸਚਨ ਆਨਸਰਸ ਲਏ ਨੇ ਅਤੇ ਕੁਝ ਹੋਰ ਵੀ ਕੁਐਸਚਨਸ ਪ੍ਰੀਪੇਅਰ ਕੀਤੇ ਨੇ ਜੋ ਮੈਨੂੰ ਲੱਗਦਾ ਹੈ ਕਿ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਮੈਂ ਬਹੁਤ ਹੀ ਈਜ਼ੀ ਲੈਂਗੁਏਜ ਦੇ ਵਿੱਚ ਇਹਨਾਂ ਦੇ ਆਨਸਰਸ ਨੂੰ ਫਰੇਮ ਕੀਤਾ ਹੈ ਤਾਂ ਕਿ ਤੁਹਾਨੂੰ ਯਾਦ ਕਰਨ ਦੇ ਵਿੱਚ ਅਤੇ ਰਿਵਾਈਜ਼ ਕਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ। ਤਾਂ ਫਸਟ ਕੁਐਸਚਨ ਹੈ ਜੀ ਕਿ I began my life, ਉਸ ਤੋਂ ਬਾਅਦ ਪੂਰੀ ਲਾਈਨ ਹੈ among books। ਤਾਂ ਯਾਦ ਕਰੋ ਇਹ ਤੁਹਾਡੀ ਬਿਲਕੁਲ ਚੈਪਟਰ ਦੀ ਪਹਿਲੀ ਲਾਈਨ ਹੈ। ਮੈਂ ਪੂਰੀ ਲਾਈਨ ਪੜ੍ਹ ਦਿੰਦਾ ਹੈ ਕਿ I began my life as I shall no doubt end it among books। ਇਹ ਪਹਿਲੀ ਲਾਈਨ ਹੈ, ਪਹਿਲਾ ਹੀ ਪੁਆਇੰਟ ਹੈ। ਤਾਂ ਉਹਦੇ ਤੇ ਕੁਐਸਚਨ ਬਣਿਆ ਹੋਇਆ ਹੈ ਕਿ how does begin reflect the author's passion for books। ਤਾਂ how ਦਾ ਮਤਲਬ ਕਿਵੇਂ, ਕਿ ਕਿਵੇਂ ਜਿਹੜਾ ਇਹ ਬਿਗੇਨ ਸ਼ਬਦ, ਦੇਖੋ ਬਿਗੇਨ ਸ਼ਬਦ ਦੇ ਉੱਪਰ ਸਿੰਗਲ ਕੋਟਸ ਪਾਏ ਹੋਏ ਆ। ਦੈਟ ਮੀਨਸ ਆਹ ਵਾਲਾ ਜਿਹੜਾ ਵਰਡ ਹੈ ਜੋ ਚੈਪਟਰ ਦਾ ਪਹਿਲੀ ਲਾਈਨ ਦਾ ਇੱਕ ਵਰਡ ਹੈ ਤੇ ਪੂਰਾ ਦੇਖੋ ਇਹ ਕੈਪੀਟਲ ਲੈਟਰ 'ਚ ਪਾਇਆ ਹੋਇਆ। ਹਾਲਾਂਕਿ ਮੈਂ ਤੁਹਾਨੂੰ ਜਦੋਂ ਚੈਪਟਰ ਐਕਸਪਲੇਨ ਕੀਤਾ ਸੀ ਤਾਂ ਦੱਸਿਆ ਸੀ ਕਿ ਆਮ ਤੌਰ ਤੇ ਹਮੇਸ਼ਾ ਲਾਈਨ ਦਾ ਪਹਿਲਾ ਅੱਖਰ ਹੀ ਵੱਡਾ ਹੁੰਦਾ ਹੈ ਤੇ ਜੇ ਕੋਈ ਪ੍ਰੋਪਰ ਨਾਉਨ ਆ ਜਾਏ ਤਾਂ ਉਸਦਾ ਵੀ ਪਹਿਲਾ ਅੱਖਰ ਵੱਡਾ ਹੁੰਦਾ ਹੈ। ਲੇਕਿਨ ਇਹ ਦੇਖੋ ਸਾਰੇ ਦੇ ਸਾਰੇ ਅੱਖਰ ਹੀ ਵੱਡੇ। ਇਹਦਾ ਮਤਲਬ ਕੀ ਸੀ? ਇਹਦਾ ਮਤਲਬ ਇਹ ਸੀ ਕਿ ਰਾਈਟਰ ਇਸ ਵਰਡ ਦੇ ਉੱਪਰ ਸਟ੍ਰੈਸ ਦੇ ਕੇ ਦਬਾਅ ਪਾ ਕੇ ਕੁਝ ਦੱਸਣਾ ਚਾਹੁੰਦਾ ਹੈ। ਉਹਦੇ ਬਾਰੇ ਕੁਐਸਚਨ ਹੈ ਕਿ ਜਿਹੜਾ ਇਹ ਬਿਗੇਨ ਸ਼ਬਦ ਹੈ ਇਹ ਆਥਰ ਦਾ ਜਿਹੜਾ ਪੈਸ਼ਨ ਹੈ, ਉਸ ਦੀ ਜਿਹੜੀ ਇੱਕ ਇੱਛਾ ਹੈ, ਤੀਬਰ ਇੱਛਾ ਹੈ ਬੁੱਕਸ ਦੇ ਲਈ, ਉਸ ਦੇ ਪ੍ਰਤੀ ਝੁਕਾਵ ਹੈ ਇੰਨਾ ਜ਼ਿਆਦਾ, ਉਹ ਕਿਸ ਤਰ੍ਹਾਂ ਰਿਫਲੈਕਟ ਕਰਦਾ ਹੈ, ਕਿਸ ਤਰ੍ਹਾਂ ਸਾਨੂੰ ਦੱਸਦਾ ਹੈ ਇਹ ਬਿਗੇਨ ਸ਼ਬਦ। ਤਾਂ ਸਟੂਡੈਂਟਸ, ਮੈਂ ਚੈਪਟਰ ਦੀ ਐਕਸਪਲੇਨੇਸ਼ਨ ਵੇਲੇ ਦੱਸਿਆ ਸੀ ਕਿ ਜਦੋਂ ਇਹ ਪੈਦਾ ਹੋਇਆ ਤੇ ਇਸ ਦੇ ਪੈਦਾ ਹੁੰਦੇ ਸਾਰੀ 2 ਸਾਲ ਦਾ ਸੀ ਆਈ ਥਿੰਕ, ਜਦੋਂ ਇਸ ਦੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਤੇ ਇਸ ਦੇ ਮਦਰ ਇਹਨੂੰ ਆਪਣੇ ਨਾਲ ਆਪਣੇ ਜਿਹੜੇ ਉਸਦੇ ਆਪਣੇ ਮਦਰ ਦੇ ਜਿਹੜੇ ਪਿਛੋਕੜ ਜਿਹੜੇ ਉਹਦੇ ਮਾਪੇ ਸੀ ਉੱਥੇ ਲਿਆਏ ਸੀ। ਤਾਂ ਬੇਸਿਕਲੀ ਇਹ ਆਪਣੇ ਨਾਨਾ ਨਾਨੀ ਨਾਲ ਰਿਹਾ ਸੀ। ਉੱਥੇ ਜਿਹੜੇ ਇਸਦੇ ਨਾਨਾ ਨਾਨੀ ਸੀਗੇ ਉਹਨਾਂ ਨੂੰ ਪੜ੍ਹਨ ਲਿਖਣ ਦਾ ਬੜਾ ਸ਼ੌਂਕ ਸੀ। ਉਹ ਜਿਹੜਾ ਆਪਾਂ ਕੱਲ ਸਾਰਾ ਚੈਪਟਰ ਪੜ੍ਹਿਆ ਉਹ ਨਾਨਾ ਨਾਨੀ ਦੇ ਨਾਲ ਸੀਗਾ। ਕੱਲ ਇਸ ਦਾ ਵਿਕੀਪੀਡੀਆ ਤੇ ਇਸ ਦੇ ਬਾਰੇ ਮੈਂ ਸਾਰਾ ਪੜ੍ਹਿਆ ਜੌਨ ਪੌਲ ਸਾਰਟਰੇ ਬਾਰੇ, ਤਾਂ ਉੱਥੋਂ ਮੈਨੂੰ ਪਤਾ ਲੱਗਿਆ ਕਿ ਇਸ ਦੇ ਮਦਰ ਇਸ ਦੇ ਡੈਡੀ ਦੀ ਡੈਥ ਹੋਣ ਤੋਂ ਬਾਅਦ ਇਸ ਨੂੰ ਆਪਣੇ ਘਰ ਲਿਆਏ ਸੀ ਤੇ ਉੱਥੇ ਇਸ ਦੇ ਜਿਹੜੇ ਨਾਨਾ ਨਾਨੀ ਸੀਗੇ ਉਹਨਾਂ ਦੇ ਕੋਲ ਰਿਹਾ ਸੀਗਾ। ਤਾਂ ਉੱਥੇ ਇਸਨੇ ਆਪਣਾ ਬਚਪਨ ਕਿਤਾਬਾਂ ਦੇ ਵਿੱਚ ਹੀ ਸ਼ੁਰੂ ਕੀਤਾ। ਹਾਲਾਂਕਿ ਉਸ ਸਮੇਂ ਇਹ ਪੜ੍ਹਨਾ ਲਿਖਣਾ ਜਾਣਦਾ ਨਹੀਂ ਸੀ, ਸਿਰਫ ਇਸੇ ਦੇ ਲਈ ਕਿ ਇਸ ਦਾ ਸ਼ੁਰੂਆਤ ਬਚਪਨ ਦੀ ਸ਼ੁਰੂਆਤ ਹੀ ਕਿਤਾਬਾਂ ਨਾਲ ਹੋਈ ਹੈ, ਇਸ ਨੇ ਆ ਬਿਗਨ ਸ਼ਬਦ ਇਸ ਤਰ੍ਹਾਂ ਪਾਇਆ। ਤਾਂ ਅਸੀਂ ਆਨਸਰ ਲਿਖਾਂਗੇ the word began tells us that the childhood of the writer was spent among books। ਕਿ ਜਿਹੜਾ ਬਿਗਨ ਸ਼ਬਦ ਸਾਨੂੰ ਇਹ ਦੱਸਦਾ ਹੈ, ਬਿਗਨ ਨੂੰ ਐਵੇਂ ਸਿੰਗਲ ਕੋਟ ਦੇ ਵਿੱਚ ਪਾਣਾ ਹੈ ਕਿ ਜਿਹੜਾ ਬਚਪਨ ਹੈ ਰਾਈਟਰ ਦਾ, ਰਾਈਟਰ ਕੌਣ ਹੈ? ਜੌਨ ਪੌਲ ਸਾਰਟਰੇ। ਕਿ ਜਿਹੜਾ ਜੌਨ ਪੌਲ ਸਾਰਟਰੇ ਦਾ ਬਚਪਨ ਹੈ ਉਹ ਬੁੱਕਸ ਦੇ ਵਿੱਚ ਬਤੀਤ ਹੋਇਆ। ਇੱਥੇ ਸਪੈਂਡ ਦਾ ਮਤਲਬ ਹੁੰਦਾ ਹੈ ਬਤੀਤ ਹੋਣਾ। ਸਪੈਂਟ ਵਰਬ ਦੀਆਂ ਫਾਰਮ ਹੁੰਦੀਆਂ ਨੇ। ਲਿਖਿਆ ਕਿ ਇਹ ਬੁੱਕਸ ਦੇ ਵਿੱਚ ਇਸ ਦਾ ਜਨਮ ਬਤੀਤ ਹੋਇਆ। ਹੀ ਹੈਡ ਗ੍ਰੇਟ ਲਵ ਫॉर ਦਾ ਬੁੱਕਸ। ਤਾਂ ਇਹਦਾ ਆਪਣੀ ਬੁੱਕਸ ਦੇ ਪ੍ਰਤੀ ਬਹੁਤ ਜ਼ਿਆਦਾ
ਪਿਆਰ ਸੀ। ਇਸੇ ਕਰਕੇ ਬਿਲਕੁਲ ਜਿਹੜਾ ਚੈਪਟਰ ਦਾ ਪਹਿਲਾ ਸੈਂਟੈਂਸ ਹੈ ਜਿਸ ਦੇ ਵਿੱਚ ਇਸਨੇ ਕਿਹਾ ਸੀ ਕਿ ਮੈਨੂੰ ਐ ਲੱਗਦਾ ਹੈ ਕਿ ਜਿਸ ਤਰ੍ਹਾਂ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਹੋਈ ਹੈ ਉਸੇ ਤਰ੍ਹਾਂ ਹੀ ਮੇਰੀ ਜ਼ਿੰਦਗੀ ਖਤਮ ਵੀ ਹੋਊਗੀ, ਕਿੱਥੇ? ਐਮੰਗ ਬੁੱਕਸ ਦੇ ਵਿਚਕਾਰ ਰਹਿ ਕੇ। ਤਾਂ ਇੱਥੋਂ ਸਾਨੂੰ ਇਸ ਆਥਰ ਦੇ ਪੈਸ਼ਨ ਬਾਰੇ ਪਤਾ ਲੱਗ ਜਾਂਦਾ ਹੈ। ਵੈਸੇ ਵੀ ਬੇਟਾ ਇੰਟਰੋਡਕਟਰੀ ਪੈਰੇ ਦੇ ਵਿੱਚ ਯਾਦ ਕਰੋ, ਦੋ ਗੱਲਾਂ ਆਈਆਂ ਸੀ ਕਿ ਇਸ ਚੈਪਟਰ ਤੋਂ ਸਾਨੂੰ ਇਸ ਆਥਰ ਦੀਆਂ ਦੋ ਗੱਲਾਂ ਦਾ ਪਤਾ ਲੱਗਦਾ ਹੈ। ਇੱਕ ਤਾਂ ਇਸ ਬੱਚੇ ਦਾ ਇੰਟੈਂਸ ਪੈਸ਼ਨ ਫॉर ਬੁੱਕਸ, ਕਿ ਬੁੱਕਸ ਦੇ ਪ੍ਰਤੀ ਅਥਾਹ ਪੈਸ਼ਨ, ਅਥਾਹ ਲਗਾਵ, ਅਤੇ ਫਿਰ ਡਿਫਰੈਂਟ ਟਾਈਪਸ ਆਫ ਬੁੱਕਸ ਜਿਹੜੀਆਂ ਕਿ ਇਸਦੇ ਨਾਨਾ ਜੀ ਜਾਂ ਨਾਨੀ ਜੀ ਰੀਡ ਕਰਦੇ ਸੀ, ਉਹਦੇ ਵਿਚਕਾਰ ਇਹ ਡਿਸਕ੍ਰਿਮੀਨੇਟ ਕਰਦਾ ਹੈ। ਡਿਸਕ੍ਰਿਮੀਨੇਟ ਦਾ ਮਤਲਬ ਕਿ ਉਹ ਦੇਖ ਲਓ ਇੰਨਾ ਛੋਟਾ ਜਿਹਾ ਸੀ ਲੇਕਿਨ ਇਸ ਨੂੰ ਪਤਾ ਸੀ ਕਿ ਵਧੀਆ ਬੁੱਕਸ ਕਿਹੜੀਆਂ ਨੇ ਤੇ ਘੱਟ ਵਧੀਆ ਬੁੱਕਸ ਕਿਹੜੀਆਂ ਨੇ। ਇੰਨੇ ਛੋਟੇ ਜਿਹੇ ਬੱਚੇ ਨੂੰ ਬੁੱਕਸ ਦੇ ਪ੍ਰਤੀ ਡਿਸਕ੍ਰਿਮੀਨੇਸ਼ਨ ਕਿਵੇਂ ਕਰੀਦੀ ਆ ਤਾਂ ਪਤਾ ਸੀਗਾ। ਤਾਂ ਇੱਥੋਂ ਪਤਾ ਲੱਗਦਾ ਕਿ ਬੁੱਕਸ ਦੇ ਨਾਲ ਇਹ ਬੱਚਾ ਕਿੰਨਾ ਜੁੜਿਆ ਹੋਇਆ ਸੀ। ਤਾਂ ਇਹ ਸੀ ਜੀ ਸਾਡਾ ਪਹਿਲਾ ਕੁਐਸਚਨ। ਦੂਸਰਾ ਕੁਐਸਚਨ ਅਸੀਂ ਕਰਦੇ ਹਾਂ ਜੀ ਕਿ ਵਾਈ ਹਿਸ ਗ੍ਰੈਂਡਫਾਦਰ ਹੈਡ ਫੋਰਬਿਡਨ ਹਿਸ ਬੁੱਕਸ ਟੂ ਬੀ ਡਸਟਡ ਫ੍ਰੀਕੁਐਂਟਲੀ। ਤਾਂ ਇਹਦੇ ਜਿਹੜੇ ਨਾਨਾ ਜੀ ਸੀ ਉਹਨਾਂ ਨੇ ਬੁੱਕਸ ਨੂੰ ਕਿਉਂ ਅਲਾਉ ਨਹੀਂ ਸੀ ਕੀਤਾ ਹੋਇਆ ਕਿ ਉਹਨਾਂ ਦੀ ਡਸਟਿੰਗ ਕੀਤੀ ਜਾਵੇ। ਫੋਰਬਿਡਨ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਨਾਟ ਅਲਾਉਡ, ਜਦੋਂ ਆਪਾਂ ਨੂੰ ਕਿਸੇ ਚੀਜ਼ ਤੋਂ ਮਨਾਹੀ ਹੁੰਦੀ ਹੈ। ਫੋਰਬਿਡ, ਫੋਰਬਿਡ, ਫੋਰਬਿਡਨ ਵਰਬ ਦੀਆਂ ਫਾਰਮਸ ਹੁੰਦੀਆਂ ਨੇ। ਤਾਂ ਇੱਥੇ ਥਰਡ ਫਾਰਮ ਲੱਗੀ ਹੈ ਕਿ ਇਸ ਦੇ ਨਾਨਾ ਜੀ ਨੇ ਬੁੱਕਸ ਨੂੰ ਕਿਉਂ ਡਸਟਿੰਗ ਕਰਨ ਤੋਂ ਮਨਾ ਕੀਤਾ ਹੋਇਆ ਸੀ। ਫ੍ਰੀਕੁਐਂਟਲੀ ਮਤਲਬ ਅਕਸਰ, ਫ੍ਰੀਕੁਐਂਟਲੀ ਦਾ ਮਤਲਬ ਹੁੰਦਾ ਜਿਹੜਾ ਚੀਜ਼ ਬਾਰ-ਬਾਰ ਹੁੰਦੀ ਆ ਉਹਨੂੰ ਆਪਾਂ ਫ੍ਰੀਕੁਐਂਟਲੀ ਕਹਿੰਦੇ ਆ, ਕਿ ਵਾਰ-ਵਾਰ ਡਸਟਿੰਗ ਕਿਉਂ ਨਹੀਂ ਸੀ ਹੁੰਦੀ। ਤਾਂ ਬੱਚਿਓ ਪਤਾ ਹੈ ਕਿ ਆਪਾਂ ਇਹ ਚੈਪਟਰ ਪੜ੍ਹਿਆ ਕਿ ਇਸ ਦੇ ਗ੍ਰੈਂਡਫਾਦਰ ਬੁੱਕਸ ਦੇ ਨਾਲ ਬਹੁਤ ਜ਼ਿਆਦਾ ਲਗਾਵ ਕਰਦੇ ਸੀਗੇ। ਤਾਂ ਉਹਨਾਂ ਨੇ ਇੱਕ ਤਰ੍ਹਾਂ ਦਾ ਹੋਲੀ ਪਲੇਸ ਬਣਾ ਰੱਖਿਆ ਸੀ ਬੁੱਕਸ ਨੂੰ। ਐਜ਼ ਅ ਪ੍ਰੀਸਟ ਉਹ ਉਸ ਦੀ ਦੇਖਭਾਲ ਕਰਦੇ ਸੀ। ਤਾਂ ਉਹ ਨਹੀਂ ਸੀ ਚਾਹੁੰਦੇ ਕਿ ਮੈਂ ਬੁੱਕਸ ਜਿਸ ਤਰਤੀਬ 'ਚ ਲਿਖੀਆਂ ਹੋਈਆਂ ਨੇ ਉਹਨਾਂ ਦੀ ਤਰਤੀਬ ਵਿਗੜ ਜਾਵੇ, ਕਿਉਂਕਿ ਜਦੋਂ ਆਪਾਂ ਬੁੱਕਸ ਦੀ ਬੇਟਾ ਡਸਟਿੰਗ ਕਰਾਂਗੇ ਤਾਂ ਨੈਚੁਰਲੀ ਬੁੱਕਸ ਨੂੰ ਆਪਾਂ ਉਸ ਦੀਆਂ ਜਿਹੜੀਆਂ ਸ਼ੈਲਫਸ ਹੁੰਦੀਆਂ ਉੱਥੋਂ ਚੱਕਾਂਗੇ, ਫਿਰ ਝਾੜ ਕੇ ਫੇਰ ਰੱਖਾਂਗੇ, ਤਾਂ ਕਈ ਵਾਰੀ ਤਰਤੀਬ ਵਿਗੜ ਜਾਂਦੀ ਹੈ। ਤਾਂ ਇਸ ਤਰਤੀਬ ਨੂੰ ਨਾ ਵਿਗਾੜਿਆ ਜਾਵੇ, ਕਿਉਂਕਿ ਇਹ ਜਿਸ ਤਰ੍ਹਾਂ ਸੀਰੀਅਲ ਵਾਈਜ਼ ਨਾਨਾ ਜੀ ਨੇ ਇਸ ਦੀਆਂ ਬੁੱਕਸ ਰੱਖੀਆਂ ਸੀਗੀਆਂ ਤਾਂ ਉਹ ਉਸੇ ਤਰ੍ਹਾਂ ਰੱਖੀਆਂ ਰਹਿਣ, ਇਸ ਕਰਕੇ ਉਸਦੀ ਡਸਟਿੰਗ ਅਲਾਉ ਨਹੀਂ ਸੀ ਕਰਦੇ। ਸਿਰਫ ਅਕਤੂਬਰ ਦੇ ਮਹੀਨੇ ਤੋਂ ਥੋੜਾ ਜਿਹਾ ਪਹਿਲਾਂ ਸਾਲ 'ਚ ਇੱਕ ਵਾਰੀ ਡਸਟਿੰਗ ਹੁੰਦੀ ਸੀ। ਤੇ ਸਾਨੂੰ ਇਹ ਵੀ ਪਤਾ ਬੱਚਿਓ ਕਿ ਉਸਨੇ ਕਿਸ ਤਰੀਕੇ ਨਾਲ ਬੁੱਕਸ ਰੱਖੀਆਂ ਹੋਈਆਂ ਸੀ। ਅਪਰਾਈਟ, ਸਟ੍ਰੇਟ ਵੀ ਰੱਖੀਆਂ ਹੋਈਆਂ ਸੀ, ਲੀਨਿੰਗ ਕਰਕੇ, ਬੈਂਡਿੰਗ ਕਰਕੇ ਵੀ ਰੱਖੀਆਂ ਹੋਈਆਂ ਸੀ ਬੁੱਕਸ। ਤੇ ਜਿਵੇਂ ਬ੍ਰਿਕਸ ਨੂੰ ਆਪਾਂ ਇੱਕ ਦੂਜੇ 'ਚ ਫਸਾ ਕੇ ਰੱਖਦੇ ਹਾਂ ਬੁੱਕਸ, ਉਵੇਂ ਉਸਨੇ ਸਾਂਭ ਕੇ ਰੱਖੀਆਂ ਹੋਈਆਂ ਸੀ। ਈਵਨ ਉਹਨੇ ਡੋਲਮਨਸ ਦੀ ਸ਼ੇਪ ਦੇ ਵਿੱਚ ਵੀ ਬੁੱਕਸ ਨੂੰ ਬਣਾ ਕੇ ਰੱਖੀਆਂ ਹੋਈਆਂ ਸੀ। ਤਾਂ ਉਹ ਨਹੀਂ ਸੀ ਚਾਹੁੰਦਾ ਕਿ ਬੁੱਕਸ ਮੈਂ ਜਿਸ ਤਰ੍ਹਾਂ ਦੀ ਰੱਖੀਆਂ ਉਵੇਂ ਹੀ ਇਹ ਰਹਿਣ, ਇਸੇ ਕਰਕੇ ਉਹ ਡਸਟਿੰਗ ਅਲਾਉ ਨਹੀਂ ਸੀ ਕਰਦੇ। ਤਾਂ ਅਸੀਂ ਆਨਸਰ ਇਹ ਲਿਖਾਂਗੇ ਕਿ ਹਿਸ ਗ੍ਰੈਂਡਫਾਦਰ ਡਿਡ ਨਾਟ ਵਾਂਟ ਟੂ ਡਸਟ ਦਾ ਬੁੱਕਸ ਸੋ ਦੈਟ ਦਾ ਬੁੱਕ ਸ਼ੁਡ ਨਾਟ ਗੈਟ ਸਪੋਇਲਡ। ਕਿ ਉਸਦੇ ਨਾਨਾ ਜੀ ਨਹੀਂ ਸੀ ਚਾਹੁੰਦੇ ਬੁੱਕਸ ਦੀ ਡਸਟਿੰਗ ਕਰਨਾ, ਕਿ ਬੁੱਕਸ ਦੀ ਝਾੜ ਵਗੈਰਾ ਕੀਤੀ ਜਾਵੇ ਤਾਂ ਕਿ ਬੁੱਕਸ ਖਰਾਬ ਨਾ ਹੋ ਜਾਣ। should not get spoiled, ਸਪੋਇਲ ਦਾ ਮਤਲਬ ਹੁੰਦਾ ਬੇਟਾ ਖਰਾਬ ਹੋਣਾ, ਤਾਂ ਕਿ ਬੁੱਕਸ ਜਿਹੜੀਆਂ ਉਹ ਖਰਾਬ ਨਾ ਹੋ ਜਾਣ, ਇਸ ਕਰਕੇ ਉਸਦੀ ਡਸਟਿੰਗ ਨੂੰ ਉਹ ਅਲਾਉ ਨਹੀਂ ਸੀ ਕਰਦੇ। ਵੈਸੇ ਵੀ ਆਪਾਂ ਬੇਟਾ ਇਹ ਚੈਪਟਰ 'ਚ ਪੜ੍ਹਿਆ ਕਿ ਉਹ ਜਿਹੜੀਆਂ ਬੁੱਕਸ ਨੇ ਬਹੁਤ ਜ਼ਿਆਦਾ ਓਲਡ ਸੀਗੀਆਂ, ਉਹਨਾਂ ਦੇ ਪੇਜਿਸ ਆਲਰੇਡੀ ਫਟੇ ਹੋਏ ਸੀਗੇ। ਤੇ ਉਹ ਬੁੱਕਸ ਨੂੰ ਜੇ ਬਾਰ-ਬਾਰ ਉਹਦੇ ਨਾਲ ਦੀ ਡਸਟਿੰਗ ਕੀਤੀ ਜਾਂਦੀ ਤਾਂ ਹੋ ਸਕਦਾ ਸੀ ਕਿ ਉਹ ਬੁੱਕਸ ਫਟ ਜਾਂਦੀਆਂ। ਤਾਂ ਇਹ ਸੀ ਜੀ ਸਾਡਾ ਸੈਕੰਡ ਕੁਐਸਚਨ। ਥਰਡ ਕੁਐਸਚਨ ਹੈ ਜੀ ਕਿ what is the child's attitude towards books। ਇਹ ਬੇਟਾ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ, ਪੇਪਰ 'ਚ ਕਈ ਵਾਰੀ ਆਇਆ। ਇੱਥੇ ਚਾਈਲਡ ਕਿਸ ਨੂੰ ਕਿਹਾ ਗਿਆ? ਤਾਂ ਚਾਈਲਡ ਕਿਹਾ ਗਿਆ ਬੇਟਾ ਆਥਰ ਜੌਨ ਪੌਲ ਸਾਰਟਰੇ ਨੂੰ ਕਿਹਾ ਗਿਆ। ਕਿ ਜਿਹੜਾ ਬੱਚਾ ਹੈ ਜੌਨ ਪੌਲ ਸਾਰਟਰੇ, ਤੁਹਾਨੂੰ ਪਤਾ ਹੈ ਕਿ ਆਪਣੇ ਉਸਦਾ ਜਿਹੜਾ ਬਚਪਨ ਹੈ ਉਹ ਆਪਣੇ ਨਾਨਾ ਨਾਨੀ ਦੇ ਘਰ ਬੀਤਿਆ। ਤਾਂ ਉਹਨਾਂ ਦਾ ਐਟੀਟਿਊਡ ਦਾ ਮਤਲਬ ਝੁਕਾਵ, ਉਹ ਬੁੱਕਸ ਦੇ ਪ੍ਰਤੀ ਕਿਵੇਂ ਸੀ। ਤਾਂ ਇਹ ਤਾਂ ਬੇਟਾ ਆਪਾਂ ਪੂਰਾ ਚੈਪਟਰ ਪੜ੍ਹਿਆ, ਬੁੱਕਸ ਨੂੰ ਤਾਂ ਉਹ ਬਹੁਤ ਜ਼ਿਆਦਾ ਇੱਜ਼ਤ ਦਿੰਦਾ ਸੀ। ਯਾਦ ਕਰੋ ਚੈਪਟਰ ਦੇ ਵਿੱਚ ਉਸਨੇ ਇਹਨਾਂ ਬੁੱਕਸ ਨੂੰ ਕਈ ਬਹੁਤ ਸਾਰੇ ਅੱਛੇ ਨਾਵਾਂ ਨਾਲ ਪੁਕਾਰਿਆ ਹੈ। ਜਿਹੜਾ ਸਟੱਡੀ ਰੂਮ ਸੀਗਾ ਉਸ ਸਟੱਡੀ ਰੂਮਸ ਨੂੰ ਉਸਨੇ ਟਾਈਨੀ ਸੈਂਚੁਰੀ ਕਿਹਾ। ਪੂਰੇ ਚੈਪਟਰ ਦਾ ਨਾਮ ਹੀ ਟਾਈਨੀ ਸੈਂਚੁਰੀ ਉਸ ਸਟੱਡੀ ਰੂਮ ਦੇ ਬਾਰੇ ਹੈ। ਤੇ ਬੁੱਕਸ ਨੂੰ ਉਹਨੇ ਬਹੁਤ ਅੱਛੀਆਂ ਗੱਲਾਂ ਦੇ ਨਾਲ, ਜਿਵੇਂ ਓਇਸਟਰਸ ਦੇ ਨਾਲ, ਕਲਚਰਲ ਆਬਜੈਕਟਸ ਦੇ ਨਾਲ, ਇਸ ਤਰੀਕੇ ਦੇ ਨਾਲ ਬੁੱਕਸ ਦੀ ਉਸਨੇ ਬਹੁਤ ਜ਼ਿਆਦਾ ਰਿਸਪੈਕਟਫੁਲ ਵਰਡਸ ਉਸਨੇ ਯੂਜ਼ ਕੀਤੇ ਇਸ ਚੈਪਟਰ ਦੇ ਵਿੱਚ। ਤੇ ਈਵਨ ਕਿ ਉਸਨੇ ਇੱਕ ਜਗ੍ਹਾ ਆਈ ਥਿੰਕ ਕਿ 5th ਪੈਰਾ ਸੀਗਾ ਕਿ ਜਿਸ ਦੇ ਵਿੱਚ ਉਹ ਰੋਜ਼ ਇੱਕ ਤਰੀਕੇ ਦੇ ਨਾਲ ਨਾ ਕਿਤਾਬਾਂ ਦੇ ਅੱਗੇ ਉਹ, ਜਿਵੇਂ ਤੁਸੀਂ ਕਹੋ ਕਿ ਕੋਈ ਸੈਰੇਮਨੀ ਕਰਦਾ ਸੀ। ਸੈਰੇਮਨੀ ਦਾ ਮਤਲਬ ਉਹ ਬੁੱਕਸ ਨੂੰ ਤਾਂ ਪੜ੍ਹਨਾ ਜਾਣਦਾ ਨਹੀਂ ਸੀ, ਲੇਕਿਨ ਉਹ ਬੁੱਕ ਨੂੰ ਚੱਕਦਾ ਤੇ ਉਸਦੀ ਜਿਹੜੀ ਬੁੱਕ ਦੇ ਮਿੱਟੀ ਲੱਗੀ ਹੁੰਦੀ ਸੀ ਉਸ ਨੂੰ ਉਹ ਮਿੱਟੀ ਨਾਲ ਟੱਚ ਕਰਕੇ ਉਸਦੇ ਜਿਹੜੀਆਂ ਫਿੰਗਰਸ ਜਾਂ ਜਿਹੜੇ ਹੈਂਡਸ ਹੁੰਦੇ ਸੀ ਉਸਨੂੰ ਬੜਾ ਅੱਛਾ ਲੱਗਦਾ ਸੀ। ਉਹਨੂੰ ਇਹ ਲੱਗਦਾ ਸੀ ਕਿ ਮੈਂ ਆਪਣੀ ਰਿਸਪੈਕਟ ਪੇ ਕਰ ਰਹੇ ਹਾਂ ਨਾ ਬੁੱਕਸ ਦੇ ਪ੍ਰਤੀ। ਇੰਨਾ ਜ਼ਿਆਦਾ ਬੁੱਕਸ ਦੇ ਨਾਲ ਉਹ ਸ਼ੁਰੂ ਤੋਂ
ਹਾਲਾਂਕਿ ਉਸ ਸਮੇਂ ਉਹ ਪੜ੍ਹਨਾ ਲਿਖਣਾ ਨਹੀਂ ਸੀ ਜਾਣਦਾ, ਲੇਕਿਨ ਉਹਨਾਂ ਦਿਨਾਂ ਤੋਂ ਹੀ ਉਹ ਬੁੱਕਸ ਦੇ ਨਾਲ ਬਹੁਤ ਜ਼ਿਆਦਾ ਜੁੜਿਆ ਹੋਇਆ ਸੀ। ਇਸ ਕਰਕੇ ਆਪਾਂ ਬੇਟਾ ਇਹਦਾ ਆਨਸਰ ਇਹ ਲਿਖਾਂਗੇ ਕਿ ਦੀ ਚਾਈਲਡਹੁੱਡ ਆਫ ਦਾ ਰਾਈਟਰ ਵਾਸ ਸਪੈਂਟ ਅਮੰਗ ਬੁੱਕਸ। ਤਾਂ ਜਿਹੜਾ ਚਾਈਲਡਹੁੱਡ ਦਾ ਮਤਲਬ ਬਚਪਨ, ਰਾਈਟਰ ਦਾ ਜਿਹੜਾ ਬਚਪਨ ਹੈ ਉਹ ਬੁੱਕਸ ਦੇ ਵਿਚਕਾਰ ਬਤੀਤ ਹੋਇਆ। ਸਪੈਂਟ ਫਿਰ ਸ਼ਬਦ ਆਇਆ ਹੈ। ਹੀ ਹੈਡ ਗ੍ਰੇਟ ਲਵ ਫॉर ਬੁੱਕਸ, ਉਸਦਾ ਬੁੱਕਸ ਦੇ ਪ੍ਰਤੀ ਬਹੁਤ ਜ਼ਿਆਦਾ ਪਿਆਰ ਸੀ, ਬਹੁਤ ਜ਼ਿਆਦਾ ਅਥਾਹ ਪਿਆਰ ਸੀ। फोर्थ क्वेश्चन है जी कि व्हाई डिड बुक्स गिव सार्ट्रे अ फीलिंग ऑफ इमोशनल स्टेबिलिटी। इमोशनल स्टेबिलिटी का मतलब होंगे बेटा, इमोशनल ਦਾ ਮਤਲਬ ਸਮਝੋ ਪਹਿਲਾਂ। ਦੇਖੋ ਇਮੋਸ਼ਨਸ ਕੀ ਹੁੰਦੇ ਨੇ? ਮਨੋਭਾਵ ਹੈ ਨਾ। ਸਪੋਜ਼ ਕਰੋ ਕੋਈ ਬੰਦਾ ਇਮੋਸ਼ਨਲ ਹੈ, ਆਪਾਂ ਕਹਿ ਦਿੰਦੇ ਆ। ਇਮੋਸ਼ਨਲ ਬੰਦਾ ਕੌਣ ਹੁੰਦਾ ਹੈ? ਕਿ ਜੋ ਬੰਦਾ ਬਹੁਤ ਜਲਦੀ ਹੱਸਣ ਵੀ ਲੱਗ ਜੇ, ਰੋਣ ਵੀ ਲੱਗ ਜੇ, ਉਸਦਾ ਆਪਣੇ ਫੀਲਿੰਗਸ ਤੇ ਕੰਟਰੋਲ ਘੱਟ ਹੋਵੇ, ਆਪਾਂ ਉਹਨੂੰ ਕਹਿੰਦੇ ਆ ਕਿ ਉਹਦਾ ਉਹ ਬੰਦਾ ਇਮੋਸ਼ਨਲ ਹੈ। ਤਾਂ ਸਾਰਟਰੇ ਨੂੰ ਜਿਹੜੀਆਂ ਕੁਐਸਚਨ ਕੀ ਹੈ, ਦੇਖੋ ਕਿ ਸਾਰਟਰੇ ਨੂੰ ਜਿਹੜੀਆਂ ਬੁੱਕਸ ਸੀਗੀਆਂ ਇਹ ਇਮੋਸ਼ਨਲ ਸਟੇਬਿਲਿਟੀ ਕਿਵੇਂ ਦਿੰਦੀਆਂ ਸੀ, ਇਮੋਸ਼ਨਲ ਸਟੇਬਿਲਿਟੀ ਦੀ ਫੀਲਿੰਗ ਕਿਸ ਤਰ੍ਹਾਂ ਦਿੰਦੀਆਂ ਸੀ। ਇਹ ਵੀ ਬੜਾ ਇੰਪੋਰਟੈਂਟ ਕੁਐਸਚਨ ਹੈ, ਪੇਪਰ 'ਚ ਕਈ ਵਾਰੀ ਆਇਆ। ਇੱਕ ਵਾਰੀ ਕੁਐਸਚਨ ਫੇਰ ਸਮਝੋ। ਦੇਖੋ ਇਮੋਸ਼ਨਲ ਸਟੇਬਿਲਿਟੀ ਦਾ ਮਤਲਬ ਕੀ ਹੈ? ਇਮੋਸ਼ਨਲ ਸਟੇਬਿਲਿਟੀ ਦਾ ਮਤਲਬ ਹੁੰਦਾ ਸਟੇਬਲ ਸ਼ਬਦ ਤੋਂ ਸਟੇਬਿਲਿਟੀ ਬਣਦਾ ਹੈ। ਸਟੇਬਿਲਿਟੀ ਦਾ ਮਤਲਬ ਹੁੰਦਾ ਹੈ ਕਿ ਜਿਹੜਾ ਬੰਦਾ ਥੋੜਾ ਜਿਹਾ ਆਪਣੇ ਆਪ ਨੂੰ ਸਟੇਬਲ ਕਰਕੇ ਰੱਖੇ, ਆਪਣੇ ਆਪ ਦੇ ਉੱਪਰ ਇਮੋਸ਼ਨਸ ਹਾਵੀ ਨਾ ਹੋਣ ਦੇਵੇ। ਹੁਣ ਕਈ ਬੰਦੇ ਹੁੰਦੇ ਨੇ ਬੇਟਾ, ਉਹ ਬੜੇ ਪੱਕੇ ਹੁੰਦੇ ਨੇ, ਉਹ ਜਲਦੀ ਜਲਦੀ ਰੋਂਦੇ ਨਹੀਂ ਜਾਂ ਜਲਦੀ ਜਲਦੀ ਹੱਸਦੇ ਨਹੀਂ, ਉਹ ਆਪਣੇ ਮਨੋਭਾਵਾਂ ਤੇ ਕੰਟਰੋਲ ਰੱਖਦੇ ਨੇ। ਤਾਂ ਇਮੋਸ਼ਨਲ ਸਟੇਬਿਲਿਟੀ ਇਸ ਚੀਜ਼ ਨੂੰ ਕਿਹਾ ਜਾਂਦਾ ਹੈ। ਕੁਐਸਚਨ ਹੁਣ ਇਹ ਹੈ ਕਿ ਬੁੱਕਸ ਸਾਰਟਰੇ ਨੂੰ ਇਮੋਸ਼ਨਲ ਸਟੇਬਿਲਿਟੀ ਦੀ ਫੀਲਿੰਗ ਕਿਸ ਤਰ੍ਹਾਂ ਦਿੰਦੀਆਂ ਸੀ। ਤਾਂ ਸਮਝ ਗਏ ਕੁਐਸਚਨ? ਹੁਣ ਆਪਾਂ ਆਨਸਰ ਦੇਖਦੇ ਹਾਂ। The books gave him emotional stability because his childhood was spent among the books. ਕਿ ਬੁੱਕਸ ਉਸ ਨੂੰ ਇਮੋਸ਼ਨਲ ਸਟੇਬਿਲਿਟੀ ਇਸ ਕਰਕੇ ਦਿੰਦੀਆਂ ਸੀ ਕਿਉਂਕਿ ਉਸਦਾ ਪੂਰਾ ਬਚਪਨ ਹੀ ਬੇਟਾ ਸ਼ੁਰੂ ਤੋਂ ਹੀ, ਜਿਸ ਸਮੇਂ ਉਸ ਨੂੰ ਸੋਝੀ ਵੀ ਨਹੀਂ ਸੀ ਬੁੱਕਸ ਹੁੰਦੀਆਂ ਕੀ ਨੇ, ਉਦੋਂ ਤੋਂ ਹੀ ਉਹ ਆਪਣਾ ਬਚਪਨ ਬੁੱਕਸ ਦੇ ਵਿਚਕਾਰ ਬਤੀਤ ਕਰ ਰਿਹਾ ਸੀ। ਤਾਂ ਬੁੱਕਸ ਵਰ ਲਾਈਕ ਓਲਡ ਮੋਨੂਮੈਂਟਸ ਟੂ ਹਿਮ। ਤਾਂ ਬੁੱਕਸ ਉਸ ਦੇ ਲਈ ਓਲਡ ਮੋਨੂਮੈਂਟ ਸੀਗੀਆਂ। ਮੋਨੂਮੈਂਟਸ ਦਾ ਮਤਲਬ ਸਮਾਰਕ, ਸਮਾਰਕ ਹੈ ਨਾ। ਓਲਡ ਮੋਨੂਮੈਂਟ ਕੋਈ ਸਮਾਰਕ ਹੋਵੇ ਜਿੱਥੇ ਕਿ ਜਾ ਕੇ ਸਾਨੂੰ ਪਤਾ ਲੱਗੇ ਕਿ ਕਿਸੇ ਚੀਜ਼ ਦੀ ਯਾਦ ਦਿਲਾਉਂਦੀ ਹੈ, ਤਾਂ ਉਹਨੂੰ ਆਪਾਂ ਮੋਨੂਮੈਂਟ ਕਹਿੰਦੇ ਹਾਂ। ਤਾਂ ਬੁੱਕਸ ਉਹਦੇ ਲਈ ਓਲਡ ਮੋਨੂਮੈਂਟਸ ਵਰਗੀਆਂ ਸੀ, ਸਮਾਰਕ ਸੀਗੀਆਂ। ਤੇ ਇੱਕ ਲਾਈਨ ਤੁਸੀਂ ਜ਼ਰੂਰ ਲਿਖਣੀ ਹੈ ਕਿ ਬੁੱਕਸ ਵਰ ਹਿਜ਼ ਪਰਮਾਨੈਂਟ ਫਰੈਂਡਸ, ਕਿ ਬੁੱਕਸ ਉਸ ਦੀਆਂ ਪਰਮਾਨੈਂਟ ਫਰੈਂਡ ਸੀਗੀਆਂ। ਜੇ ਤੁਸੀਂ ਇਹਨਾਂ ਦੀ ਜਿਹੜੀ ਆਟੋਬਾਇਓਗ੍ਰਾਫੀ ਹੈ, ਮੈਂ ਤੁਹਾਨੂੰ ਦੱਸਿਆ ਸੀ ਨਾ, ਦਾ ਵਰਡਸ ਜੌਨ ਪੌਲ ਸਾਰਟਰੇ ਦੀ ਆਟੋਬਾਇਓਗ੍ਰਾਫੀ ਹੈ, ਜਿਸ ਦੇ ਵਿੱਚੋਂ ਦੀ ਇਹ ਚੈਪਟਰ ਬੇਟਾ ਲਿਆ ਗਿਆ, ਟਾਈਨੀ ਸੈਂਚੁਰੀ। ਤੇ ਜੇ ਤੁਸੀਂ ਇਹ ਆਟੋਬਾਇਓਗ੍ਰਾਫੀ ਇਹਦੀ ਪੜ੍ਹੋ ਤਾਂ ਤੁਹਾਨੂੰ ਪਤਾ ਲੱਗੇ ਕਿ ਇਸਨੇ ਬੁੱਕਸ ਨੂੰ ਆਪਣੇ ਸਭ ਤੋਂ ਵਧੀਆ ਫਰੈਂਡਸ ਕਿਹਾ। ਤਾਂ ਆਪਣਾ ਸਭ ਤੋਂ ਵਧੀਆ ਫਰੈਂਡ ਕੌਣ ਹੁੰਦਾ ਬੇਟਾ? ਜਿਸ ਦੇ ਕੋਲ ਜਾ ਕੇ ਅਸੀਂ ਥੋੜਾ ਜਿਹਾ ਆਪਣੇ ਆਪ ਨੂੰ ਇਮੋਸ਼ਨਲ ਜਾ ਕੇ ਸਟੇਬਲ ਹੁੰਨੇ ਆ, ਜਿਸ ਦੇ ਕੋਲ ਜਾ ਕੇ, ਜਿੱਥੇ ਜਾ ਕੇ ਅਸੀਂ ਆਪਣੇ ਇਮੋਸ਼ਨਸ ਤੇ ਕਾਬੂ ਪਾ ਲੈਂਦੇ ਹਾਂ। ਤਾਂ ਇਹ ਜਦੋਂ ਵੀ ਇਮੋਸ਼ਨਲ ਹੁੰਦਾ ਸੀ ਇਹ ਬੁੱਕਸ ਪੜ੍ਹਨ ਲੱਗ ਜਾਂਦਾ ਸੀ। ਸਟੂਡੈਂਟਸ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਇੰਗਲਿਸ਼ ਇਲੈਕਟਿਵ +2 ਕਲਾਸ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਨੇ। ਅਪ੍ਰੈਲ ਐਂਡ ਮਈ ਦੇ ਸਿਲੇਬਸ ਦੇ ਵਿੱਚ ਤੁਹਾਡੀ ਪਹਿਲੀ ਬੁੱਕ ਡੀਅਰ ਟੂ ਆਲ ਦਾ ਮਿਊਜ਼ਿਕ ਦੇ ਵਿੱਚ ਸ਼ਾਮਿਲ ਪਹਿਲਾ ਚੈਪਟਰ ਵਾਰੀਅਰ ਅਗੇਂਸਟ ਵੀਡਸ, ਸੈਕੰਡ ਚੈਪਟਰ ਅ ਮੋਸਟ ਫॉरगिविंग ਏਪ, ਥਰਡ ਚੈਪਟਰ ਅ ਯੰਗ ਟਰਕਿਸ਼ ਕੈਟਾਸਟ੍ਰਫੀ। ਇਹ ਸਾਰੇ ਚੈਪਟਰਸ ਦੀ ਮੈਂ ਕੰਪਰੀਹੈਂਸਿਵ ਐਕਸਪਲੇਨੇਸ਼ਨ ਦੇ ਨਾਲ ਇਹਨਾਂ ਚੈਪਟਰਸ ਦੇ ਕੁਐਸਚਨ ਆਨਸਰਸ ਨੂੰ ਵੀ ਡਿਸਕਸ ਕੀਤਾ ਹੈ ਤੇ ਵੋਕੈਬਲਰੀ ਵਿਦ ਸੋਲੂਸ਼ਨਸ ਵੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੇ ਨੇ। ਇਸੇ ਤਰ੍ਹਾਂ ਤੁਹਾਡੀ ਦੂਸਰੀ ਬੁੱਕ ਦਾ ਲਿਟਰੇਰੀ ਪੈਟਰਲਸ ਦੇ ਚੈਪਟਰਸ, ਪਹਿਲਾ ਚੈਪਟਰ ਜਿਵੇਂ ਕਿ ਹਿੰਦ ਕੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ, ਅਤੇ ਫੋਰਥ ਚੈਪਟਰ ਦਾ ਗੈਂਬਲਿੰਗ ਮੈਚ, ਇਹਨਾਂ ਦੇ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਦੇ ਵੀਡੀਓਜ਼ ਅਤੇ ਇਹਨਾਂ ਦੇ ਕੁਐਸਚਨ ਆਨਸਰਸ ਦੇ ਵੀਡੀਓਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਉਮੀਦ ਕਰਦਾ ਹਾਂ ਕਿ ਤੁਸੀਂ ਇਹ ਸਾਰੇ ਵੀਡੀਓਜ਼ ਦੇਖੇ ਹੋਣਗੇ। ਜੇਕਰ ਤੁਹਾਡੇ ਵੀਡੀਓਜ਼ ਇਹ ਮਿਸ ਹੋਏ ਨੇ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ +2 ਕਲਾਸ ਇੰਗਲਿਸ਼ ਇਲੈਕਟਿਵ ਦੀ ਪਲੇਲਿਸਟ ਦਾ ਲਿੰਕ ਪ੍ਰੋਵਾਈਡ ਕਰ ਰਿਹਾ ਹਾਂ, ਜਿਸ ਲਿੰਕ ਤੇ ਜਾ ਕੇ ਤੁਹਾਨੂੰ ਇਹਨਾਂ ਚੈਪਟਰਸ ਦੇ ਨਾਲ ਰਿਲੇਟਡ ਮੇਰੇ ਬਣਾਏ ਹੋਏ ਸਾਰੇ ਵੀਡੀਓਜ਼ ਮਿਲ ਜਾਣਗੇ। ਹਾਂਜੀ ਸਟੂਡੈਂਟ, ਸਾਡਾ 5th ਕੁਐਸਚਨ ਹੈ ਕਿ ਬੁੱਕਸ ਆਰ ਡਿਸਕ੍ਰਾਈਬਡ ਐਜ਼ ਕਲਚਰਲ ਆਬਜੈਕਟਸ ਵਾਈ। ਇਹ ਵੀ ਬੇਟਾ ਇੰਪੋਰਟੈਂਟ ਕੁਐਸਚਨ ਹੈ। 3rd 4th 5th ਦੇ ਵਿੱਚੋਂ ਕੋਈ ਨਾ ਕੋਈ ਕੁਐਸਚਨ ਪੇਪਰ 'ਚ ਆ ਸਕਦਾ, ਤਾਂ ਥੋੜਾ ਜਿਹਾ ਸਮਝ ਲੈਣਾ ਹੈ। ਚੈਪਟਰ ਦੇ ਇੱਕ ਹਿੱਸੇ ਦੇ ਵਿੱਚ ਦੱਸਿਆ ਗਿਆ ਹੈ ਕਿ ਬੁੱਕਸ ਨੂੰ ਰਾਈਟਰ ਨੇ ਕਲਚਰਲ ਆਬਜੈਕਟਸ ਕਿਹਾ। ਕਲਚਰਲ ਆਬਜੈਕਟਸ, ਡਿਸਕ੍ਰਾਈਬ ਦਾ ਮਤਲਬ ਹੁੰਦਾ ਬੇਟਾ ਵਰਣਨ ਕਰਨਾ। ਤਾਂ ਵਰਣਨ ਕੀ ਕੀਤਾ ਗਿਆ ਬੁੱਕਸ ਨੂੰ ਕਿ ਇਹ ਕਲਚਰਲ ਆਬਜੈਕਟਸ ਹੈ। ਵਾਈ ਦਾ ਮਤਲਬ ਕਿਉਂ ਕਿਹਾ ਗਿਆ? ਤਾਂ ਬੇਟਾ ਪਹਿਲਾਂ ਤਾਂ ਸਮਝੋ ਕਿ ਕਲਚਰਲ ਆਬਜੈਕਟਸ ਕੀ ਹੈ। ਕਲਚਰਲ ਸ਼ਬਦ ਬੇਟਾ ਕਲਚਰ ਤੋਂ ਬਣਿਆ ਹੈ। ਕਲਚਰ ਦਾ ਮਤਲਬ ਤੁਹਾਨੂੰ ਪਤਾ ਹੈ ਕਿ ਸੱਭਿਆਚਾਰ ਹੁੰਦਾ ਹੈ।
ਆਬਜੈਕਟਸ ਕਿਸੇ ਚੀਜ਼ ਨੂੰ ਕਿਹਾ ਜਾਂਦਾ ਹੈ, ਤਾਂ ਬੁੱਕਸ ਨੂੰ ਸੱਭਿਆਚਾਰ ਵਾਲੀਆਂ ਚੀਜ਼ਾਂ ਕਿਉਂ ਕਿਹਾ ਗਿਆ? ਤਾਂ ਬੇਟਾ ਤਾਂ ਬਿਲਕੁਲ ਕਲੀਅਰ ਹੈ, ਮੈਂ ਤੁਹਾਨੂੰ ਚੈਪਟਰ ਦੀ ਐਕਸਪਲੇਨੇਸ਼ਨ ਦੇ ਵਿੱਚ ਵੀ ਦੱਸਿਆ ਸੀ ਕਿ ਇੱਕ ਸੱਭਿਆਚਾਰ ਦੀ ਸਾਂਭ ਸੰਭਾਲ ਕਿਵੇਂ ਹੁੰਦੀ ਹੈ, ਸਾਡੇ ਪੰਜਾਬੀ ਕਲਚਰ ਦੀ ਸਾਂਭ ਸੰਭਾਲ ਕਿਵੇਂ ਹੋਈ ਹੈ, ਕਿਉਂਕਿ ਬੁੱਕਸ ਦੇ ਵਿੱਚ ਇਹ ਸਾਂਭਿਆ ਹੋਇਆ ਹੈ ਅਤੇ ਬੁੱਕਸ ਆਉਣ ਵਾਲੀ ਪੀੜ੍ਹੀ ਨੂੰ ਇਹ ਸੱਭਿਆਚਾਰ ਬਾਰੇ ਜਾਣੂ ਕਰਵਾਉਂਦੀਆਂ ਨੇ। ਤਾਂ ਇਸ ਤਰੀਕੇ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਬੁੱਕਸ ਕਲਚਰਲ ਆਬਜੈਕਟਸ, ਬਿਲਕੁਲ ਸਹੀ ਕਿਹਾ ਰਾਈਟਰ ਨੇ। ਤਾਂ ਆਨਸਰ ਅਸੀਂ ਇਹੀ ਲਿਖਾਂਗੇ ਕਿ ਬੁੱਕਸ ਆਰ ਕਲਚਰਲ ਆਬਜੈਕਟਸ ਬਿਕੋਜ਼ ਦੇ ਰਿਕਾਰਡ ਦਾ ਕਲਚਰ ਆਫ ਦਾ ਨੇਸ਼ਨ। ਨੇਸ਼ਨ ਦਾ ਮਤਲਬ ਹੁੰਦਾ ਬੇਟਾ ਰਾਸ਼ਟਰ ਜਾਂ ਦੇਸ਼, ਕਿ ਬੁੱਕਸ ਨੂੰ ਕਲਚਰਲ ਆਬਜੈਕਟਸ ਕਿਹਾ ਗਿਆ ਹੈ ਕਿਉਂਕਿ ਉਹ ਕਿਸੇ ਵੀ ਰਾਸ਼ਟਰ ਜਾਂ ਦੇਸ਼ ਦੇ ਕਲਚਰ, ਸੱਭਿਆਚਾਰ ਨੂੰ ਰਿਕਾਰਡ ਕਰਕੇ ਰੱਖਦੀਆਂ ਨੇ, ਸਾਂਭ ਕੇ ਰੱਖਦੀਆਂ ਨੇ। ਫਿਰ ਉਹ ਬੁੱਕਸ ਨੂੰ ਆਉਣ ਵਾਲੀ ਪੀੜ੍ਹੀ ਪੜ੍ਹਦੀ ਹੈ, ਫਿਰ ਉਸ ਨੂੰ ਆਪਣੇ ਸੱਭਿਆਚਾਰ ਬਾਰੇ ਪਤਾ ਚੱਲਦਾ। ਹੁਣ ਸਾਨੂੰ ਆਪਣੇ ਪੰਜਾਬੀ ਸੱਭਿਆਚਾਰ ਦਾ ਕਿਵੇਂ ਪਤਾ ਚੱਲਦਾ? ਕਿਉਂਕਿ ਤੁਹਾਨੂੰ ਬਚਪਨ ਦੇ ਵਿੱਚ ਸਕੂਲਾਂ ਦੇ ਵਿੱਚ ਇਹ ਸਾਰੀਆਂ ਗੱਲਾਂ ਪੜ੍ਹਾਈਆਂ ਜਾਂਦੀਆਂ, ਬੁੱਕਸ ਦੇ ਵਿੱਚੋਂ ਪੜ੍ਹਾਈਆਂ ਜਾਂਦੀਆਂ, ਤਾਂ ਸਾਨੂੰ ਪਤਾ ਲੱਗਦਾ ਕਿ ਸਾਡਾ ਪੰਜਾਬੀ ਸੱਭਿਆਚਾਰ ਕਿੱਡਾ ਵਿਸ਼ਾਲ ਹੈ। ਦੇ ਟੈਲ ਅਸ ਅਬਾਊਟ ਦਾ ਪ੍ਰੋਗਰੈਸ ਐਂਡ ਡਿਵੈਲਪਮੈਂਟ ਆਫ ਦਾ ਹਿਊਮਨਸ। ਤੇ ਇਹ ਦੇ ਦਾ ਮਤਲਬ ਇੱਥੇ ਕੀ ਕਿਹਾ ਗਿਆ? ਬੁੱਕਸ, ਕਿ ਇਹ ਬੁੱਕਸ ਸਾਨੂੰ ਦੱਸਦੀਆਂ ਨੇ ਕਾਦੇ ਬਾਰੇ? ਪ੍ਰੋਗਰੈਸ ਬਾਰੇ, ਤਰੱਕੀ ਬਾਰੇ, ਅਤੇ ਡਿਵੈਲਪਮੈਂਟ, ਵਿਕਾਸ ਬਾਰੇ। ਵਿਕਾਸ ਅਤੇ ਤਰੱਕੀ ਬਾਰੇ ਦੱਸਦੀਆਂ ਨੇ। ਇਹ ਵਿਕਾਸ ਤੇ ਤਰੱਕੀ ਕਿਹਦੀ ਹੈ? ਹਿਊਮਨਸ, ਇਨਸਾਨਾਂ ਦੀ, ਕਿ ਕਿਸ ਤਰ੍ਹਾਂ ਇਨਸਾਨ ਨੇ ਤਰੱਕੀ ਕੀਤੀ ਹੈ, ਕਿੱਥੋਂ ਚੱਲਿਆ ਹੈ। ਦੇਖੋ ਅਸੀਂ ਪੱਥਰ ਯੁੱਗ ਦੇ ਇਨਸਾਨ ਨੂੰ ਵੀ ਜਾਣਦੇ ਹਾਂ ਤੇ ਹੁਣ ਅਜੋਕੇ ਇਨਸਾਨ ਨੂੰ ਵੀ ਜਾਣਦੇ ਹਾਂ, ਤੇ ਇਹ ਸਾਰੀ ਸਾਨੂੰ ਜਾਣਕਾਰੀ ਕਿੱਥੋਂ ਮਿਲਦੀ ਹੈ? ਸਾਨੂੰ ਬੁੱਕਸ ਤੋਂ ਹੀ ਮਿਲਦੀ ਹੈ। ਸਾਡਾ ਕਲਚਰ ਬੁੱਕਸ ਨੇ ਸਾਂਭਿਆ ਹੋਇਆ ਹੈ, ਇਸ ਕਰਕੇ ਅਸੀਂ ਬਿਲਕੁਲ ਕਹਾਂਗੇ ਕਿ ਰਾਈਟਰ ਨੇ ਬੁੱਕਸ ਨੂੰ ਕਲਚਰਲ ਆਬਜੈਕਟ ਕਿਹਾ ਤੇ ਬਿਲਕੁਲ ਸਹੀ ਕਿਹਾ। 6th क्वेश्चन देखो जी, the child's grandfather handled books as an officiating priest, why? ਤਾਂ ਬੇਟਾ ਚੈਪਟਰ ਦੇ ਇੱਕ ਹਿੱਸੇ ਦੇ ਵਿੱਚ ਕਹੀ ਗਈ ਸੀ ਗੱਲ ਕਿ ਜਿਹੜਾ ਬੱਚੇ ਦਾ ਗ੍ਰੈਂਡਫਾਦਰ ਹੈ, ਤਾਂ ਗ੍ਰੈਂਡਫਾਦਰ ਦਾ ਨਾਮ ਤੁਹਾਨੂੰ ਪਤਾ ਹੋਣਾ, ਨਾਨਾ ਜੀ ਦਾ ਨਾਮ ਕੀ ਸੀ ਜੀ? ਚਾਰਲਸ। ਇਹ ਵੀ ਯਾਦ ਰੱਖਣਾ ਹੈ ਕਿ ਚਾਰਲਸ ਆਪਣੀਆਂ ਬੁੱਕਸ ਨੂੰ ਰੱਖਦਾ ਸੀ, ਸਾਂਭ ਕੇ ਰੱਖਦਾ ਸੀ ਇੱਕ ਆਫੀਸ਼ੀਏਟਿੰਗ ਪ੍ਰੀਸਟ ਵਾਂਗੂ। ਪ੍ਰੀਸਟ ਦਾ ਮਤਲਬ ਹੁੰਦਾ ਬੇਟਾ ਪਾਦਰੀ, ਜੋ ਚਰਚ ਦੇ ਵਿੱਚ ਪ੍ਰੇਅਰ ਵਗੈਰਾ ਕਰਦੇ ਆ। ਆਫੀਸ਼ੀਏਟਿੰਗ ਦਾ ਮਤਲਬ ਹੁੰਦਾ ਹੈ, ਇਹ ਆਫਿਸ ਸ਼ਬਦ ਤੋਂ ਬਣਿਆ ਆਫੀਸ਼ੀਏਟਿੰਗ, ਕਿ ਦੇਖੋ ਹੁਣ ਕੋਈ ਆਫਿਸ ਹੁੰਦਾ ਹੈ, ਕੋਈ ਦਫ਼ਤਰ ਹੁੰਦਾ ਹੈ, ਤਾਂ ਦਫ਼ਤਰ ਦਾ ਕੋਈ ਮੇਨ ਬੰਦਾ ਹੁੰਦਾ ਜੋ ਦਫ਼ਤਰ ਨੂੰ ਚਲਾਉਂਦਾ ਹੈ, ਤਾਂ ਆਪਾਂ ਉਸ ਨੂੰ ਆਫੀਸ਼ੀਏਟਿੰਗ ਪਰਸਨ ਕਹਿੰਦੇ ਆ। ਇੱਥੇ ਆਫੀਸ਼ੀਏਟਿੰਗ ਪ੍ਰੀਸਟ ਦਾ ਮਤਲਬ ਕੀ ਹੈ? ਦੇਖੋ ਜੇ ਕੱਲਾ ਪ੍ਰੀਸਟ ਲੱਗਿਆ ਹੁੰਦਾ ਫਿਰ ਤਾਂ ਪ੍ਰੀਸਟ ਦਾ ਮਤਲਬ ਸੀ ਪਾਦਰੀ, ਲੇਕਿਨ ਇੱਥੇ ਕੱਲਾ ਪ੍ਰੀਸਟ ਨਹੀਂ ਲੱਗਿਆ, ਲੱਗਿਆ ਹੋਇਆ ਐਨ ਆਫੀਸ਼ੀਏਟਿੰਗ ਪ੍ਰੀਸਟ। ਤਾਂ ਜਿਹੜਾ ਨਾਨਾ ਜੀ ਸੀਗੇ ਜੌਨ ਪੌਲ ਸਾਰਟਰੇ ਦੇ, ਉਹ ਇੱਕ ਆਫੀਸ਼ੀਏਟਿੰਗ ਪ੍ਰੀਸਟ ਦੇ ਵਾਂਗੂ ਆਪਣੀ ਸਟੱਡੀ ਰੂਮ ਨੂੰ ਸਾਂਭ ਕੇ ਰੱਖਦੇ ਸੀ। ਕਿਉਂ? ਤਾਂ ਸਾਨੂੰ ਪਤਾ ਬੇਟਾ ਦੇਖੋ ਕਿੰਨੀ ਸਾਂਭ ਸੰਭਾਲ ਕਰਦੇ ਸੀਗੇ, ਡਸਟਿੰਗ ਨਹੀਂ ਸੀ ਕਰਨ ਦਿੰਦੇ ਤੇ ਬਹੁਤ ਜ਼ਿਆਦਾ ਬੁੱਕਸ ਦੇ ਨਾਲ ਜੁੜੇ ਹੋਏ ਸੀ, ਬੜੀਆਂ ਤਰੀਕੇ ਨਾਲ ਉਹਨਾਂ ਨੇ ਬੁੱਕਸ ਨੂੰ ਰੱਖਿਆ ਹੋਇਆ ਸੀ। ਇਸੇ ਕਰਕੇ ਕਿਹਾ ਗਿਆ ਸੀ ਕਿ ਉਹ ਇੱਕ ਆਫੀਸ਼ੀਏਟਿੰਗ ਪ੍ਰੀਸਟ ਵਾਂਗੂ ਕੰਮ ਕਰਦੇ ਨੇ। ਆਫੀਸ਼ੀਏਟਿੰਗ ਪ੍ਰੀਸਟ ਦਾ ਮਤਲਬ ਇਹ ਹੋ ਗਿਆ ਕਿ ਉਹ ਬੁੱਕਸ ਨੂੰ ਇੱਕ ਤਾਂ ਦੇਖੋ ਪੂਜਦੇ ਸੀਗੇ ਇੱਕ ਤਰੀਕੇ ਨਾਲ, ਹੈ ਨਾ, ਉਹਨਾਂ ਦੀ ਪੂਜਾ ਕਰਦੇ ਸੀ। ਨੰਬਰ 2 ਤੇ ਉਹਨਾਂ ਨੂੰ ਸਾਂਭ ਸੰਭਾਲ ਕੇ ਵੀ ਰੱਖਦੇ ਸੀ, ਇਸ ਕਰਕੇ ਆਪਾਂ ਉਹਨਾਂ ਨੂੰ ਆਫੀਸ਼ੀਏਟਿੰਗ ਪ੍ਰੀਸਟ ਕਿਹਾ। ਤਾਂ ਆਪਾਂ ਆਨਸਰ ਲਿਖਾਂਗੇ the study room of the grandfather was a little holy place, ਕਿ ਜਿਹੜਾ ਸਟੱਡੀ ਰੂਮ ਸੀਗਾ ਨਾਨਾ ਜੀ ਦਾ, ਉਹ ਇੱਕ ਛੋਟਾ ਜਿਹਾ ਪਵਿੱਤਰ ਜਗ੍ਹਾ ਸੀ। ਹੋਲੀ ਦਾ ਮਤਲਬ ਹੁੰਦਾ ਬੇਟਾ ਪਵਿੱਤਰ, ਤਾਂ ਪਵਿੱਤਰ ਜਗ੍ਹਾ ਸੀ ਜੀ। he loved the books very much, ਉਹ ਵੀ ਬੁੱਕਸ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਸੀ। he was like a priest of that holy place। ਹੁਣ ਪ੍ਰੀਸਟ ਕੌਣ ਹੁੰਦਾ ਬੇਟਾ? ਇੱਕ ਪਵਿੱਤਰ ਜਗ੍ਹਾ 'ਚ ਹੀ ਹੁੰਦਾ ਨਾ ਪ੍ਰੀਸਟ, ਤਾਂ ਪਾਦਰੀ ਜਿਹੜਾ ਹੁੰਦਾ ਉਹ ਚਰਚ ਦਾ ਪ੍ਰੀਸਟ ਹੁੰਦਾ। ਤਾਂ ਚਰਚ ਇੱਕ ਪਵਿੱਤਰ ਜਗ੍ਹਾ ਹੈ, ਤਾਂ ਇੱਥੇ ਪਵਿੱਤਰ ਜਗ੍ਹਾ ਕਿਹੜੀ ਹੋ ਗਈ? ਸਟੱਡੀ ਰੂਮ। ਤਾਂ ਸਟੱਡੀ ਰੂਮ ਦੇ ਪ੍ਰੀਸਟ ਵਾਂਗੂ ਉਹ ਕੰਮ ਕਰ ਰਹੇ ਸੀ, ਆਫੀਸ਼ੀਏਟਿੰਗ ਪ੍ਰੀਸਟ ਵਾਂਗੂ ਕੰਮ ਕਰ ਰਹੇ ਸੀ। ਤਾਂ ਅਸੀਂ ਇਹੀ ਲਿਖਿਆ ਕਿ ਉਹ ਇੱਕ ਪਾਦਰੀ ਸੀਗੇ ਉਸ ਹੋਲੀ ਪਲੇਸ ਦੇ। ਹੋਲੀ ਪਲੇਸ ਦਾ ਮਤਲਬ ਇੱਥੇ ਕੀ ਹੈ? ਸਟੱਡੀ ਰੂਮ। ਉਮੀਦ ਹੈ ਬੱਚਿਓ ਕਿ ਵੀ ਤੁਹਾਡਾ ਕੁਐਸਚਨ ਕਲੀਅਰ ਹੋ ਗਿਆ ਹੋਣਾ। 7th ਕੁਐਸਚਨ ਇੰਪੋਰਟੈਂਟ ਹੈ, ਬੜਾ ਛੋਟਾ ਜਿਹਾ ਹੈ, ਕਿ ਵਾਈ ਦਾ ਬੁੱਕਸ ਆਰ ਕੰਪੇਅਰਡ ਟੂ ਓਇਸਟਰਸ, ਕਿ ਕਿਉਂ ਬੁੱਕਸ ਨੂੰ ਕੰਪੇਅਰ ਕੀਤਾ ਗਿਆ, ਤੁਲਨਾ ਕੀਤੀ ਗਈ ਹੈ ਓਇਸਟਰਸ ਦੇ ਨਾਲ। ਤਾਂ ਓਇਸਟਰਸ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਬੇਟਾ ਸੀ ਸ਼ੈਲ ਹੁੰਦੇ ਆ ਇਹ, ਜਿਹਨੂੰ ਤੁਸੀਂ ਪੰਜਾਬੀ 'ਚ ਸਿੱਪੀ ਵੀ ਕਹਿ ਦਿੰਦੇ ਹੋ। ਸਿੱਪੀਆਂ ਹੁੰਦੀਆਂ ਨੇ, ਇਹ ਸਮੁੰਦਰਾਂ 'ਚੋਂ ਮਿਲਦੀਆਂ ਨੇ ਤੇ ਕੁਝ ਸਿੱਪੀਆਂ 'ਚੋਂ ਮੋਤੀ ਵੀ ਨਿਕਲਦੇ ਨੇ। ਕੁਐਸਚਨ ਇਹ ਹੈ ਕਿ ਬੁੱਕਸ ਨੂੰ ਰਾਈਟਰ ਨੇ ਓਇਸਟਰਸ ਕਿਉਂ ਕਿਹਾ, ਓਇਸਟਰਸ ਨਾਲ ਕੰਪੇਅਰ ਕਿਉਂ ਕੀਤਾ? ਤਾਂ ਬੇਟਾ ਜਿਵੇਂ ਆਪਾਂ ਦੇਖਿਆ ਸੀਗਾ ਚੈਪਟਰ ਦੇ ਵਿੱਚ ਕਿ ਜਦੋਂ ਉਹਦੇ ਗ੍ਰੈਂਡਫਾਦਰ ਪੜ੍ਹਦੇ ਹੁੰਦੇ ਸੀ ਬੁੱਕਸ ਨੂੰ, ਤਾਂ ਉਹ ਤਾਂ ਦੇਖੋ ਉਹਦੀ ਹਿੰਮਤ ਨਹੀਂ ਸੀ ਪੈਂਦੀ ਬੁੱਕਸ ਨੂੰ ਖੋਲਣ ਦੀ, ਲੇਕਿਨ ਜਦੋਂ ਬੁੱਕਸ ਗ੍ਰੈਂਡਫਾਦਰ ਪੜ੍ਹਦੇ ਹੁੰਦੇ ਸੀ ਤਾਂ ਉਸ ਟਾਈਮ ਫਿਰ ਉਹ
ਦੇਖਦਾ ਹੁੰਦਾ ਸੀ ਕੋਲੇ ਜਾ ਕੇ। ਤਾਂ ਫਿਰ ਜਦੋਂ ਬੁੱਕ ਖੁੱਲਦੀ ਸੀਗੀ ਤਾਂ ਇਸ ਬੱਚੇ ਨੂੰ ਕੀ ਲੱਗਦਾ ਸੀ, ਜੌਨ ਪੌਲ ਸਾਰਟਰੇ ਨੂੰ ਕੀ ਲੱਗਦਾ ਸੀ ਕਿ ਜਿਵੇਂ ਕੋਈ ਸਿੱਪੀ ਖੁੱਲ ਰਹੀ ਹੈ, ਜਿਵੇਂ ਕੋਈ ਓਇਸਟਰ ਖੁੱਲ ਰਿਹਾ ਹੈ। ਫਿਰ ਉਸਨੇ ਦੱਸਿਆ ਵੀ ਸੀ ਕਿ ਜਦੋਂ ਉਹ ਬੁੱਕ ਖੁੱਲਦੀ ਸੀ ਤਾਂ ਫਿਰ ਮੈਨੂੰ ਉਹਦੇ ਅੰਦਰਲੇ ਆਰਗਨਸ, ਜਿਨ੍ਹਾਂ ਨੂੰ ਉਹ ਪੇਜਿਸ ਨੂੰ ਆਰਗਨਸ ਕਹਿ ਰਿਹਾ ਹੈ, ਮੈਨੂੰ ਉਹ ਦਿਖਦੇ। ਕੁਛ ਉਹਦੇ ਵਿੱਚੋਂ ਪੀਲੇ ਪਏ ਹੁੰਦੇ, ਪੇਲ ਹੁੰਦੇ, ਕੋਈ ਡੈਂਕ ਹੁੰਦੇ, ਵੈਟ ਹੁੰਦੇ, ਬਲਿਸਟਰ ਪੇਜਿਸ ਦਿਖਦੇ ਉਸਨੂੰ। ਤੇ ਫਿਰ ਉਹਦੇ ਵਿੱਚੋਂ ਉਸਨੂੰ ਮਿਲਡਿਊ ਦੀ ਥੋੜੀ ਜਿਹੀ ਸਮੈਲ, ਉੱਲੀ ਦੀ ਸਮੈਲ ਵੀ ਦਿਖਦੀ, ਕਿਉਂਕਿ ਬੁੱਕਸ ਬੜੀਆਂ ਪੁਰਾਣੀਆਂ ਸੀ। ਤਾਂ ਇਹੋ ਜਿਹੀਆਂ ਚੀਜ਼ਾਂ ਸਾਨੂੰ ਓਇਸਟਰ 'ਚ ਵੀ ਦਿਖਦੀਆਂ ਨੇ। ਇੱਦਾਂ ਦੀ ਸਾਨੂੰ ਜਿਹੜੀ ਸਮੈਲਿੰਗ ਆਉਂਦੀ ਹੈ ਉਸ ਓਇਸਟਰ 'ਚ ਵੀ ਆਉਂਦੀ ਹੈ। ਤਾਂ ਇਸ ਕਰਕੇ ਉਸਨੇ ਬੁੱਕਸ ਨੂੰ ਕੰਪੇਅਰ ਕੀਤਾ ਓਇਸਟਰਸ ਦੇ ਨਾਲ। ਤਾਂ ਅਸੀਂ ਆਨਸਰ ਲਿਖਿਆ ਜੀ ਕਿ ਦਾ ਬੁੱਕਸ ਓਪਨ ਲਾਈਕ ਐਨ ਓਇਸਟਰ, ਕਿ ਬੁੱਕਸ ਉਵੇਂ ਓਪਨ ਹੁੰਦੀਆਂ ਨੇ ਜਿਵੇਂ ਇੱਕ ਓਇਸਟਰ, ਇੱਕ ਸੀ ਸ਼ੈਲ, ਇੱਕ ਸਿੱਪੀ ਓਪਨ ਹੁੰਦੀ ਹੈ। ਹੁਣ ਓਇਸਟਰਸ ਦੇ ਵਿੱਚ ਮੋਤੀ ਹੁੰਦੇ ਨੇ ਤੇ ਬੁੱਕਸ ਦੇ ਵਿੱਚ ਵੀ ਤਾਂ ਜਿਹੜੀਆਂ ਗੱਲਾਂ ਨੇ ਮੋਤੀਆਂ ਵਰਗੀਆਂ ਨੇ, ਤਾਂ ਤੁਸੀਂ ਐਵੇਂ ਵੀ ਲਿਖ ਸਕਦੇ ਹੋ। ਤਾਂ ਇਹ ਇਹਦਾ ਆਨਸਰ ਹੋਇਆ ਜੀ। 8th ਕੁਐਸਚਨ ਹੈ ਜੀ ਕਿ what do dank, blistered, mildew suggest about the age of the books? ਤਿੰਨ ਸ਼ਬਦ ਆਏ ਸੀ ਬੇਟਾ ਇਸੇ ਓਇਸਟਰਸ ਵਾਲੀ ਲਾਈਨ ਦੇ ਵਿੱਚ। ਇੱਕ ਡੈਂਕ ਸ਼ਬਦ ਆਇਆ ਸੀ, ਇੱਕ ਬਲਿਸਟਰਡ ਪੇਜਿਸ ਵਾਲਾ ਸ਼ਬਦ ਆਇਆ ਸੀ, ਇੱਕ ਮਿਲਡਿਊ ਸ਼ਬਦ ਆਇਆ ਸੀ। ਤਾਂ ਇਹ ਤਿੰਨੇ ਸ਼ਬਦ ਸਾਨੂੰ ਬੁੱਕਸ ਦੀ ਏਜ ਬਾਰੇ, ਉਹਨਾਂ ਦੀ ਉਮਰ ਬਾਰੇ ਕੀ ਦੱਸਦੇ ਨੇ? ਸੁਜੈਸਟ ਦਾ ਮਤਲਬ ਦੱਸਣਾ, ਕਿ ਕੀ ਦੱਸਦੇ ਆ ਸਾਨੂੰ ਇਹ ਤਿੰਨਾਂ ਸ਼ਬਦਾਂ ਤੋਂ ਸਾਨੂੰ ਬੁੱਕਸ ਦੀ ਉਮਰ ਦਾ ਕਿਵੇਂ ਪਤਾ ਚੱਲਦਾ ਹੈ ਕਿ ਬੁੱਕਸ ਦੀ ਕਿੰਨੀ ਉਮਰ ਹੈ। ਤਾਂ ਬੇਟਾ ਇਹਦਾ ਡੈਂਕ ਦਾ ਮਤਲਬ ਕੀ ਹੁੰਦਾ ਹੈ? ਡੈਂਕ ਦਾ ਮਤਲਬ ਹੁੰਦਾ ਹੈ ਵੈਟ, ਤੇ ਬਲਿਸਟਰ ਦਾ ਮਤਲਬ ਹੁੰਦਾ ਹੈ ਫਟੇ ਪੁਰਾਣੇ, ਤੇ ਮਿਲਡਿਊ ਉੱਲੀ ਨੂੰ ਕਿਹਾ ਜਾਂਦਾ ਹੈ। ਤਾਂ ਇਹ ਸਾਰੀਆਂ ਚੀਜ਼ਾਂ ਕੀ ਸੁਜੈਸਟ ਕਰਦੀਆਂ ਨੇ? ਇਹ ਸਾਰੀਆਂ ਚੀਜ਼ਾਂ ਸਾਨੂੰ ਇਹ ਸੁਜੈਸਟ ਕਰਦੀਆਂ ਨੇ ਕਿ ਬੁੱਕਸ ਬਹੁਤ ਹੀ ਪੁਰਾਣੀਆਂ ਸੀ। ਤਾਂ ਅਸੀਂ ਲਿਖਾਂਗੇ ਦਾ ਬੁੱਕਸ ਆਰ ਵੈਰੀ ਓਲਡ, ਕਿ ਬੁੱਕਸ ਬਹੁਤ ਜ਼ਿਆਦਾ ਪੁਰਾਣੀਆਂ ਸੀ। ਤਾਂ ਇਸ ਤਰੀਕੇ ਦੇ ਨਾਲ ਬੇਟਾ ਇਹ ਸਾਡਾ 8ਵਾਂ ਕੁਐਸਚਨ ਕਵਰ ਹੁੰਦਾ ਹੈ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਤੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ, ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਅਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ, ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। ਤਾਂ ਬੇਟਾ ਸਾਡਾ 9th ਕੁਐਸਚਨ ਹੈ ਕਿ ਵਿਚ ਬੁੱਕਸ ਆਰ ਡਿਸਕ੍ਰਾਈਬਡ ਐਜ਼ ਟਰੈਸ਼। ਸਭ ਤੋਂ ਇੰਪੋਰਟੈਂਟ ਕੁਐਸਚਨ ਹੈ ਬੇਟਾ, ਮੈਂ ਇੱਥੇ ਲਿਖ ਦੇਣਾ ਹੈ। ਮੈਂ ਜੇ ਹੋਵਾਂ ਪੇਪਰ ਬਣਾਵਾਂ ਤਾਂ ਇਹ ਕੁਐਸਚਨ ਪਾਵਾਂ ਕਿ ਕਿਹੜੀਆਂ ਬੁੱਕਸ ਨੂੰ ਟਰੈਸ਼ ਕਿਹਾ ਗਿਆ। ਡਿਸਕ੍ਰਾਈਬ ਦਾ ਮਤਲਬ ਫੇਰ ਵਰਣਨ ਕਰਨਾ, ਕਿਹੜੀਆਂ ਬੁੱਕਸ ਨੂੰ ਰਾਈਟਰ ਨੇ ਟਰੈਸ਼ ਕਿਹਾ। ਤਾਂ ਪਹਿਲਾਂ ਤਾਂ ਬੇਟਾ ਟਰੈਸ਼ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ, ਟਰੈਸ਼ ਦਾ ਮਤਲਬ ਹੁੰਦਾ ਹੈ ਕੂੜਾ ਕਰਕਟ, ਬੇਕਾਰ ਦੀਆਂ ਚੀਜ਼ਾਂ। ਵਰਥਲੈਸ ਪੰਜਾਬੀ ਚ ਕੂੜਾ ਕਰਕਟ ਕਹਿ ਲਓ, ਇੰਗਲਿਸ਼ ਚ ਆਪਾਂ ਇਸ ਨੂੰ ਵਰਥਲੈਸ, ਕੇ ਜਮਾਂ ਹੀ ਤੁੱਛ ਜੀਆਂ ਚੀਜ਼ਾਂ ਜਿਨ੍ਹਾਂ ਦੀ ਕੋਈ ਕੀਮਤ ਹੀ ਨਹੀਂ, ਉਹੀ ਰੁਲਦੀਆਂ ਫਿਰਦੀਆਂ ਨੇ, ਉਹਨਾਂ ਨੂੰ ਆਪਾਂ ਟਰੈਸ਼ ਕਹਿੰਦੇ ਆ। ਤਾਂ ਬੇਟਾ ਉਹ ਟਰੈਸ਼ ਕਿਹਨੂੰ ਕਹਿ ਰਿਹਾ ਹੈ? ਤਾਂ ਉਹ ਬੁੱਕਸ ਜਿਹੜੀਆਂ ਉਸਦੀ ਨਾਨੀ ਮਾਂ ਆਪਣੀ ਲੈਂਡਿੰਗ ਲਾਇਬ੍ਰੇਰੀ, ਪਬਲਿਕ ਲਾਇਬ੍ਰੇਰੀ ਤੋਂ 2 ਲੈ ਕੇ ਆਉਂਦੀ ਸੀ, ਉਹਨਾਂ ਨੂੰ ਉਹ ਟਰੈਸ਼ ਬੁੱਕਸ ਕਹਿੰਦਾ ਹੈ। ਤਾਂ ਅਸੀਂ ਇਹੀ ਆਨਸਰ ਲਿਖਾਂਗੇ, ਦਾ ਬੁੱਕਸ ਬੋਰੋਡ ਬਾਏ ਦਾ ਗ੍ਰੈਂਡਮਦਰ ਆਫ ਦਾ ਰਾਈਟਰ ਆਰ ਟਰੈਸ਼ ਬੁੱਕਸ। ਕਿ ਜਿਹੜੀਆਂ ਬੁੱਕਸ ਉਧਾਰ ਲਿਆਂਦੀ ਸੀ, ਬੋਰੋ ਦਾ ਮਤਲਬ ਉਧਾਰ ਲੈਣਾ, ਤਾਂ ਉਧਾਰ ਲੈ ਕੇ ਆਂਦੀ ਸੀ ਗ੍ਰੈਂਡਮਦਰ ਉਸਦੀ ਨਾਨੀ ਮਾਂ ਰਾਈਟਰ ਦੀ, ਉਹਨਾਂ ਨੂੰ ਟਰੈਸ਼ ਬੁੱਕਸ ਕਿਹਾ ਗਿਆ। ਬੜਾ ਸਿੰਪਲ ਜਿਹਾ ਕੁਐਸਚਨ ਹੈ ਤੇ ਉਹਦਾ ਆਨਸਰ ਵੀ ਉਨਾ ਹੀ ਸਿੰਪਲ ਹੈ ਕਿ ਟਰੈਸ਼ ਬੁੱਕਸ ਕਿਸ ਨੂੰ ਕਿਹਾ ਗਿਆ? ਤਾਂ ਨਾਨੀ ਮਾਂ ਉਸਦੀ ਜਿਹੜੀਆਂ ਬੁੱਕਸ ਲੈ ਕੇ ਆਂਦੀ ਸੀ ਉਸ ਨੂੰ ਟਰੈਸ਼ ਬੁੱਕਸ ਕਿਹਾ ਗਿਆ। 10th ਕੁਐਸਚਨ ਹੈ ਜੀ ਕਿ ਫਾਈਂਡ 2 ਐਗਜ਼ਾਮਪਲਸ ਟੂ ਪ੍ਰੂਵ ਦੈਟ ਦਾ ਚਾਈਲਡਸ ਗ੍ਰੈਂਡਮਦਰ ਲਵਡ ਹਰ ਬੁੱਕਸ। ਕਿ ਸਾਨੂੰ 2 ਉਦਾਹਰਨਾਂ ਦੱਸੋ
ਦੋ ਉਦਾਹਰਨਾਂ ਦੱਸੋ ਇਹ ਪ੍ਰੂਵ ਕਰਨ ਲਈ, ਇਹ ਸਾਬਿਤ ਕਰਨ ਲਈ ਕਿ ਜਿਹੜੀ ਚਾਈਲਡ ਦੀ ਨਾਨੀ ਮਾਂ ਹੈ ਉਹ ਬੁੱਕਸ ਨੂੰ ਪਸੰਦ ਕਰਦੀ ਸੀ। ਦੇਖੋ ਬੁੱਕਸ ਨੂੰ ਤਾਂ ਦੋਨੇ ਜਣੇ ਪਸੰਦ ਕਰਦੇ ਸੀ, ਉਹਦਾ ਨਾਨਾ ਵੀ ਬਹੁਤ ਪਸੰਦ ਕਰਦਾ ਸੀ, ਨਾਨੀ ਵੀ ਬਹੁਤ ਪਸੰਦ ਕਰਦੀ ਸੀ। ਉਹ ਗੱਲ ਅਲੱਗ ਹੈ ਕਿ ਨਾਨਾ ਜੀ ਦੇ ਟੇਸਟ ਥੋੜੇ ਹੋਰ ਤਰ੍ਹਾਂ ਦੇ ਸੀ, ਨਾਨੀ ਜੀ ਦੇ ਟੇਸਟ ਥੋੜੇ ਜਿਹੇ ਮਾਡਰਨ ਸੀ, ਲੇਕਿਨ ਪਸੰਦ ਦੋਨੇ ਹੀ ਕਰਦੇ ਸੀ। ਤਾਂ ਕੁਐਸਚਨ ਇਹ ਹੈ ਕਿ ਉਹ ਦੋ ਐਗਜ਼ਾਮਪਲਾਂ ਦੱਸੋ ਜਿਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਸ ਦੀ ਨਾਨੀ ਮਾਂ ਬੁੱਕਸ ਨੂੰ ਬਹੁਤ ਜ਼ਿਆਦਾ ਲਾਈਕ ਕਰਦੀ ਸੀ। ਤਾਂ ਬੇਟਾ ਅਸੀਂ ਆਨਸਰ ਲਿਖਿਆ, ਸ਼ੀ ਸਟੱਡੀਡ ਵਿਦ ਅ ਸਮਾਈਲ ਔਨ ਹਰ ਲਿਪਸ। ਇੰਜੋਏ ਕਰਦੀ ਸੀ ਜੀ ਉਹ ਆਪਣੀ ਬੁੱਕਸ ਦਾ, ਕਿ ਉਹ ਪੜ੍ਹਦੀ ਸੀਗੀ ਇੱਕ ਸਮਾਈਲ ਰੱਖ ਕੇ, ਵਿਦ ਅ ਸਮਾਈਲ ਔਨ ਹਰ ਲਿਪਸ, ਆਪਣੀ ਲਿਪਸ ਦੇ ਉੱਪਰ ਉਹ ਹਮੇਸ਼ਾ ਸਮਾਈਲ ਰੱਖ ਕੇ ਪੜ੍ਹਦੀ ਸੀ। ਅਸੀਂ ਪੜ੍ਹਿਆ ਇੱਕ ਐਨਿਗਮੈਟਿਕ ਸਮਾਈਲ ਹੁੰਦੀ ਸੀ ਮੋਨਾਲੀਜ਼ਾ ਵਰਗੀ, ਜਿਹਦਾ ਰਾਈਟਰ ਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਭੇਦ ਭਰੀ ਸਮਾਈਲ ਹੈ, ਪਤਾ ਹੀ ਨਹੀਂ ਲੱਗਦਾ ਕਿ ਇਹ ਹੈ ਕਿਦਾਂ ਦੀ ਸਮਾਈਲ। ਤਾਂ ਜਦੋਂ ਵੀ ਬੁੱਕਸ ਪੜ੍ਹਦੀ ਤਾਂ ਸਮਾਈਲ ਹੁੰਦੀ ਸੀ ਉਹਦੇ ਚਿਹਰੇ ਤੇ, ਦੈਟ ਮੀਨਸ ਉਹ ਇੰਜੋਏ ਕਰ ਰਹੀ ਹੈ। ਤੇ ਦੂਸਰਾ, ਸ਼ੀ ਆਲਸੋ ਕਾਲਡ ਹਰ ਡਾਟਰ ਟੂ ਸ਼ੋ ਸਮ ਲਾਈਨਸ ਇਨ ਦਾ ਬੁੱਕਸ, ਤਾਂ ਉਹ ਆਪਣੀ ਡਾਟਰ ਨੂੰ ਵੀ ਬੁਲਾਉਂਦੀ, ਸ਼ੀ ਆਲਸੋ ਕਾਲਡ ਹਰ ਡਾਟਰ। ਹੁਣ ਇੱਥੇ ਡਾਟਰ ਕੌਣ ਹੈ ਉਸਦੀ ਡਾਟਰ ਰਾਈਟਰ ਦੀ ਮਾਂ ਹੈ, ਰਾਈਟਰ ਦੀ ਮਾਂ, ਕਿਉਂਕਿ ਉਹ ਆਪਣੇ ਮਾਂ-ਬਾਪ ਨਾਲ ਰਹਿਣ ਚਲੀ ਗਈ ਸੀ ਨਾ ਇਸਦੇ ਡੈਡੀ ਦੀ ਡੈਥ ਤੋਂ ਬਾਅਦ, ਤਾਂ ਉਹ ਰਾਈਟਰ ਦੀ ਮਾਂ ਨੂੰ ਬੁਲਾਉਂਦੀ ਤੇ ਫਿਰ ਉਸ ਨੂੰ ਦਿਖਾਉਂਦੀ ਉਹ ਲਾਈਨਾਂ ਬੁੱਕਸ ਦੇ ਵਿੱਚੋਂ ਜਿਸ ਨੂੰ ਦੇਖ ਕੇ ਉਸ ਨੂੰ ਹਾਸਾ ਆ ਰਿਹਾ ਸੀ। ਤੇ ਸਾਨੂੰ ਇਹ ਵੀ ਪਤਾ ਲੱਗਿਆ ਬੇਟਾ ਕਿ ਦੋਨੇ ਇੱਕ ਦੂਜੇ ਨੂੰ ਬੜੀ ਭੇਦ ਭਰੀਆਂ ਨਿਗਾਹਾਂ ਦੇ ਨਾਲ ਦੇਖਦੀਆਂ ਹੁੰਦੀਆਂ ਸੀ, ਕਿ ਕੋਈ ਲੇਡੀਜ਼ ਵਾਲੀ ਕੋਈ ਗੱਲ ਹੁੰਦੀ ਸੀ ਜਿਸ ਨੂੰ ਦੇਖ ਕੇ ਦੋਨੇ ਜਣੀਆਂ ਇੰਜੋਏ ਕਰਦੀਆਂ ਸੀਗੀਆਂ। ਤਾਂ ਇਸ ਤੋਂ ਸਾਨੂੰ ਇਹ ਦੋ ਐਗਜ਼ਾਮਪਲਾਂ ਤੋਂ ਸਾਨੂੰ ਪਤਾ ਲੱਗਦਾ, ਇੱਕ ਐਗਜ਼ਾਮਪਲ ਦਾ ਕਿ ਉਹ ਹਮੇਸ਼ਾ ਸਮਾਈਲਿੰਗ ਫੇਸ ਦੇ ਨਾਲ ਬੁੱਕ ਪੜ੍ਹਦੀ ਸੀ, ਦੂਸਰਾ ਉਹ ਜੇ ਕੋਈ ਇਹੋ ਜਿਹੀ ਉਸ ਨੂੰ ਗੱਲ ਮਿਲ ਜਾਂਦੀ ਤਾਂ ਆਪਣੀ ਉਹ ਲੜਕੀ ਨੂੰ ਬੁਲਾ ਕੇ ਸਪੈਸ਼ਲ ਦਿਖਾਉਂਦੀ ਸੀ। 11th ਕੁਐਸਚਨ ਹੈ ਜੀ ਕਿ ਇਨ ਵਿਚ ਸੈਂਸ ਦਾ ਰਾਈਟਰਸ ਗ੍ਰੈਂਡਫਾਦਰ ਵਾਸ ਕਲਮਜ਼ੀ। ਕਿਹੜੇ ਅਰਥਾਂ 'ਚ ਸਾਨੂੰ ਪਤਾ ਲੱਗਦਾ ਹੈ ਇਨ ਵਿਚ ਸੈਂਸ, ਸੈਂਸ ਦਾ ਮਤਲਬ ਕਿਹੜੇ ਅਰਥਾਂ 'ਚ, ਕਿਹੜੇ ਅਰਥਾਂ ਦੇ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਜਿਹੜਾ ਰਾਈਟਰ ਦਾ ਗ੍ਰੈਂਡਫਾਦਰ ਹੈ, ਨਾਨਾ ਜੀ ਹੈ, ਉਹ ਕਲਮਜ਼ੀ ਸੀ। ਤਾਂ ਕਲਮਜ਼ੀ ਸ਼ਬਦ ਦਾ ਮਤਲਬ ਹੁੰਦਾ ਬੇਟਾ ਬੇਢੰਗਾ, ਢੰਗ ਨਾਲ ਜਿਹੜਾ ਆਪਣੀ ਜ਼ਿੰਦਗੀ ਬਤੀਤ ਕਰਦਾ ਹੋਵੇ ਉਹਨੂੰ ਆਪਾਂ ਕਲਮਜ਼ੀ ਕਹਿੰਦੇ ਹਾਂ। ਤਾਂ ਸਾਨੂੰ ਪਤਾ ਬੇਟਾ ਕਿ ਰਾਈਟਰ ਦੇ ਗ੍ਰੈਂਡਫਾਦਰ ਨੂੰ ਕਲਮਜ਼ੀ ਉਹ ਇਸ ਲਈ ਕਹਿੰਦਾ ਰਾਈਟਰ, ਉਸ ਨੂੰ ਆਪਣੇ ਜਿਹੜੇ ਗਲਵਜ਼ ਦੇ ਬਟਨ ਤੱਕ ਬੰਨਣੇ ਨਹੀਂ ਸੀ ਆਉਂਦੇ, ਤੇ ਉਸਦੇ ਬਟਨ ਕੌਣ ਬੰਨਦੀ ਸੀ? ਗ੍ਰੈਂਡਮਦਰ, ਉਸਦੀ ਨਾਨੀ ਮਾਂ ਬੰਨਦੀ ਸੀ। ਹਾਲਾਂਕਿ ਉਸਨੇ ਕਲਮਜ਼ੀ ਦੇ ਨਾਲ ਨਾਲ ਨਾਰਮਲੀ ਸ਼ਬਦ ਵੀ ਯੂਜ਼ ਕਰਿਆ ਸੀ, ਯਾਦ ਕਰੋ ਚੈਪਟਰ ਦੇ ਵਿੱਚ। ਨਾਰਮਲੀ ਦਾ ਮਤਲਬ ਕਿ ਉਸਨੂੰ ਕੋਈ ਦਿੱਕਤ ਨਹੀਂ ਸੀ, ਉਹਦੇ ਹੱਥ ਪੈਰ ਸਾਰੇ ਚੰਗੇ ਕੰਮ ਕਰਦੇ ਸੀ, ਲੇਕਿਨ ਕਲਮਜ਼ੀ ਸੀਗਾ। ਤਾਂ ਅਸੀਂ ਆਨਸਰ ਲਿਖਾਂਗੇ ਦਾ ਗ੍ਰੈਂਡਫਾਦਰ ਵਾਸ ਕਲਮਜ਼ੀ ਬਿਕੋਜ਼ ਹੀ ਕੁਡ ਨਾਟ ਬਟਨ ਹਿਜ਼ ਓਨ ਗਲਵਜ਼। ਇਹ ਗ੍ਰੈਂਡਫਾਦਰ ਬੇਢੰਗਾ ਜਿਹਾ ਸੀਗਾ ਕਿਉਂਕਿ ਉਹ ਆਪਣੇ ਦਸਤਾਨੇ ਦੇ ਬਟਨ ਵੀ ਨਹੀਂ ਸੀ ਲਾ ਸਕਦਾ। ਉਹ ਕੁਡ ਨਾਟ ਬਟਨ ਹਿਜ਼ ਓਨ ਗਲਵਜ਼, ਗਲਵਜ਼ ਦਾ ਮਤਲਬ ਇੱਥੇ ਦਸਤਾਨੇ ਨੂੰ ਕਿਹਾ ਗਿਆ। 12th ਕੁਐਸਚਨ ਵੀ ਕਾਫੀ ਇੰਪੋਰਟੈਂਟ ਹੈ ਬੱਚਿਓ, ਪੇਪਰ 'ਚ ਆ ਜਾਂਦਾ ਹੈ ਕਿ ਲਿਸਟ ਦਾ ਵੇਰੀਅਸ ਥਿੰਗਸ with which the child compares the books of his grandfather and grandmother। ਕਿ ਉਹ ਸ਼ਬਦ ਦੱਸੋ, ਉਹ ਚੀਜ਼ਾਂ ਦੱਸੋ ਜਿਸ ਦੇ ਨਾਲ, ਵੇਰੀਅਸ ਥਿੰਗਸ ਬਹੁਤ ਸਾਰੀਆਂ ਅਲੱਗ-ਅਲੱਗ ਚੀਜ਼ਾਂ, ਵੇਰੀਅਸ ਦਾ ਮਤਲਬ ਅਲੱਗ-ਅਲੱਗ, ਕਿ ਉਹ ਅਲੱਗ-ਅਲੱਗ ਚੀਜ਼ਾਂ ਦੇ ਨਾਮ ਦੱਸੋ ਜਿਸ ਦੇ ਨਾਲ ਜਿਹੜਾ ਚਾਈਲਡ ਹੈ ਉਸਨੇ ਆਪਣੇ ਗ੍ਰੈਂਡਫਾਦਰ ਦੀਆਂ ਬੁੱਕਸ ਨੂੰ ਅਤੇ ਗ੍ਰੈਂਡਮਦਰ ਦੀਆਂ ਬੁੱਕਸ ਨੂੰ ਕੰਪੇਅਰ ਕੀਤਾ। ਦੇਖੋ ਸਾਨੂੰ ਪਤਾ ਬੇਟਾ ਕਿ ਜਿਹੜਾ ਗ੍ਰੈਂਡਫਾਦਰ ਸੀ ਉਸਦਾ ਨਾਨਾ ਜੀ ਸੀਗੇ, ਉਹ ਤਾਂ ਥੋੜੀ ਜਿਹੀਆਂ ਹਾਈ-ਫਾਈ ਕਿਤਾਬਾਂ ਪੜ੍ਹਦੇ ਸੀਗੇ, ਕਲਚਰਲ ਕਿਤਾਬਾਂ ਪੜ੍ਹਦੇ ਸੀਗੇ, ਵਧੀਆ ਰਾਈਟਰਸ ਦੀਆਂ ਬੁੱਕਸ, ਪੁਰਾਣੀਆਂ ਕਲਾਸਿਕਸ ਬੁੱਕਸ ਪੜ੍ਹਦੇ ਸੀਗੇ। ਲੇਕਿਨ ਗ੍ਰੈਂਡਮਦਰ ਉਸਦੀ ਨਾਨੀ ਮਾਂ ਥੋੜੀ ਜਿਹੀ ਸ਼ੌਕੀਨਨ ਸੀ, ਉਹ ਨਵੀਆਂ ਬੁੱਕਸ ਪੜ੍ਹਦੀ ਸੀ, ਰੋਮਾਂਟਿਕ ਨੋਵਲਸ ਪੜ੍ਹਦੀ ਸੀ, ਏਦਾਂ ਦੀਆਂ ਬੁੱਕਸ ਪੜ੍ਹਦੀ ਸੀ ਜਿਹੜੀਆਂ ਜ਼ਿਆਦਾ ਫੀਮੇਲ ਦੇ ਨਾਲ ਰਿਲੇਟਡ ਸੀਗੀਆਂ। ਤਾਂ ਦੋਨਾਂ ਦੇ ਸ਼ੌਂਕ ਵੱਖੋ ਵੱਖਰੇ ਸੀ। ਰਾਈਟਰ ਦਾ ਜਿਹੜਾ ਆਪਣਾ ਬੈਂਡ ਆਫ ਮਾਈਂਡ ਸੀਗਾ, ਜੋ ਪਸੰਦ ਕਰਦਾ ਸੀ, ਲਾਈਕਿੰਗ ਸੀ ਰਾਈਟਰ ਦੀ, ਜੌਨ ਪੌਲ ਸਾਰਟਰੇ ਦੀ, ਉਹਦੀ ਲਾਈਕਿੰਗ ਨਾਨਾ ਜੀ ਵਰਗੀ ਸੀ। ਤਾਂ ਉਹ ਨਾਨਾ ਜੀ ਵਾਲੀਆਂ ਬੁੱਕਸ ਨੂੰ ਪਸੰਦ ਕਰਦਾ ਸੀ, ਨਾਨੀ ਵਾਲੀਆਂ ਬੁੱਕਸ ਨੂੰ ਪਸੰਦ ਨਹੀਂ ਸੀ ਕਰਦਾ। ਤਾਂ ਨਾਨਾ ਜੀ ਲਈ ਉਸਨੇ ਬੁੱਕਸ ਲਈ ਉਸਨੇ ਬੜੇ ਵਧੀਆ ਵਰਡਸ ਯੂਜ਼ ਕੀਤੇ ਹੈ, ਥਿੰਗਸ ਵਾਲੀਆਂ ਜਿਹੜੀਆਂ ਵੇਰੀਅਸ ਥਿੰਗਸ ਹੈ। ਨਾਨੀ ਮਾਂ ਵਾਲੀਆਂ ਬੁੱਕਸ ਦੇ ਲਈ ਉਸਨੇ ਇੰਨੇ ਅੱਛੇ ਵਰਡਸ ਨਹੀਂ ਯੂਜ਼ ਕੀਤੇ। ਤਾਂ ਅਸੀਂ ਲਿਖਾਂਗੇ ਕਿ ਗ੍ਰੈਂਡਫਾਦਰ ਬੁੱਕਸ ਲਈ ਉਸਨੇ ਕੀ ਯੂਜ਼ ਕੀਤਾ ਜੀ? ਰੇਜ਼ਡ ਸਟੋਨਸ। ਯਾਦ ਕਰੋ ਸ਼ੁਰੂ 'ਚ ਹੀ ਰੇਜ਼ਡ ਸਟੋਨਸ, ਉਸਨੇ ਬੁੱਕਸ ਨੂੰ ਸਟੋਨਸ ਕਿਹਾ, ਰੇਜ਼ ਦਾ ਮਤਲਬ ਖੜੇ ਹੋਏ ਪੱਥਰ। ਤਾਂ ਰੇਜ਼ ਸਟੋਨਸ ਜਿਹੜੇ ਕਿ ਕੁਝ ਬੈਂਡਿੰਗ ਵੀ ਨੇ, ਕੁਝ ਸਟ੍ਰੇਟ ਵੀ ਨੇ। ਸਕੁਐਟ, ਸਕੁਐਟ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਬੇਟਾ ਐਮਟੀ ਬਿਲਡਿੰਗਸ, ਐਮਟੀ ਬਿਲਡਿੰਗਸ ਜਿਹੜੀਆਂ ਉਸਦੇ ਘਰ ਦੇ ਆਲੇ ਦੁਆਲੇ ਸੀਗੇ ਉਹਦੇ ਲਈ ਵੀ ਉਸਨੇ ਵਰਡ ਯੂਜ਼ ਕਰਿਆ। ਐਂਸ਼ੀਅੰਟ ਮੋਨੂਮੈਂਟ ਦਾ ਮਤਲਬ ਹੈ ਪੁਰਾਤਨ ਸਮਾਰਕ, ਉਸਨੇ ਬੁੱਕਸ ਦੇ ਲਈ ਯੂਜ਼ ਕੀਤਾ ਹੈ ਕਿ ਇਹ ਬੁੱਕਸ ਪੁਰਾਤਨ ਸਮਾਰਕਾਂ ਵਰਗੀਆਂ ਸੀ। ਕਲਚਰਲ ਆਬਜੈਕਟਸ ਅਸੀਂ ਪਹਿਲਾਂ ਹੀ ਪੜ੍ਹ ਚੁੱਕੇ, ਤੇ ਬੁੱਕਸ ਨੂੰ ਉਸਨੇ ਓਇਸਟਰਸ ਵੀ ਕਿਹਾ। ਹੁਣ ਜੇਕਰ ਤੁਸੀਂ ਇਹ ਬੇਟਾ ਸਾਰੇ ਵਰਡਸ ਦੇਖੋ, ਰੇਜ਼ ਸਟੋਨ, ਸਕੁਐਟ, ਐਂਸ਼ੀਅੰਟ ਮੋਨੂਮੈਂਟ, ਕਲਚਰਲ ਆਬਜੈਕਟਸ, ਓਇਸਟਰਸ, ਇਹ ਸਾਰੇ ਵਧੀਆ ਵਰਡਸ ਹੈ। ਲੇਕਿਨ ਗ੍ਰੈਂਡਮਦਰਸ ਦੀਆਂ ਬੁੱਕਸ ਦੇ ਲਈ ਰਾਈਟਰ ਕਿੱਦਾਂ ਦੇ ਵਰਡ ਯੂਜ਼ ਕਰ ਰਿਹਾ ਹੈ? ਟ੍ਰੈਸ਼ੀ ਵਰਕਸ। ਟ੍ਰੈਸ਼ੀ ਵਰਕਸ ਦਾ ਮਤਲਬ ਵਰਥਲੈਸ, ਜਿਨ੍ਹਾਂ ਦੀ ਕੋਈ ਕੀਮਤ ਹੀ ਨਹੀਂ, ਬੇਕਾਰ ਜੀਆਂ ਚੀਜ਼ਾਂ, ਵਰਥਲੈਸ ਉਹਨੂੰ ਕਿਹਾ ਗਿਆ।
ਓਵਰ ਐਲੀਗੈਂਟ ਵਰਕਸ, ਯਾਦ ਕਰੋ ਮੈਂ ਕੱਲ ਵੀ ਤੁਹਾਨੂੰ ਦੱਸਿਆ ਸੀ ਜਿਹੜੀ ਨਾਨੀ ਮਾਂ ਬੁੱਕਸ ਲੈ ਕੇ ਆਂਦੀ ਸੀ ਉਹ ਬੜੀਆਂ ਹੀ ਸ਼ੋਈ ਜੀਆਂ ਸੀਗੀਆਂ, ਅਟਰੈਕਟਿਵ ਜੀਆਂ ਸੀਗੀਆਂ, ਗਲੇਸ ਪੇਪਰ ਵਰਗੇ ਉਹਨਾਂ ਦੇ ਬਣੇ ਹੋਏ ਸੀਗੇ ਕਵਰ, ਤਾਂ ਓਵਰ ਐਲੀਗੈਂਟ ਸੀਗੇ ਵਰਕਸ। ਇੰਟਰੂਡਰਸ, ਉਹਨਾਂ ਨੇ ਉਸ ਨੂੰ ਘੁਸਪੈਠੀਆ ਵੀ ਕਿਹਾ। ਇੰਟਰੂਡਰ ਦਾ ਮਤਲਬ ਘੁਸਪੈਠੀਆ। ਹੁਣ ਘੁਸਪੈਠੀਆ ਕਿਉਂ ਕਿਹਾ? ਕਿਉਂਕਿ ਇੰਨੇ ਵਧੀਆ ਸਟੱਡੀ ਰੂਮ ਦੇ ਵਿੱਚ ਐਡੀਆਂ ਹਾਈ ਫਾਈ ਕਿਤਾਬਾਂ ਦੇ ਵਿੱਚ, ਕਲਾਸਿਕ ਕਿਤਾਬਾਂ ਵਿੱਚ ਬੇਕਾਰ ਜੀਆਂ ਕਿਤਾਬਾਂ ਆ ਜਾਣ ਤਾਂ ਆਪਾਂ ਬੇਕਾਰ ਜੀਆਂ ਚੀਜ਼ਾਂ ਨੂੰ ਫਿਰ ਇੰਟਰੂਡਰਸ ਹੀ ਕਹਾਂਗੇ, ਘੁਸਪੈਠੀਆ ਹੀ ਕਹਾਂਗੇ। ਤੇ ਫਿਰ ਉਹ ਇਨਫੀਰੀਅਰ ਕਲਟ ਦੀਆਂ ਸੀ, ਮਤਲਬ ਘਟੀਆ ਕਿਸਮ ਦੀਆਂ ਸੀਗੀਆਂ ਬੁੱਕਸ ਜਿਹੜੀਆਂ ਗ੍ਰੈਂਡਮਦਰ ਲੈ ਕੇ ਆਂਦੀ ਸੀ। ਤਾਂ ਜਿਹੜੀਆਂ ਲੋਕਲ ਜੀਆਂ ਕਿਤਾਬਾਂ ਹੁੰਦੀਆਂ ਨੇ, ਬੇਕਾਰ ਜੀਆਂ ਕਿਤਾਬਾਂ, ਉਹ ਪੜ੍ਹਦੀ ਹੁੰਦੀ ਸੀ। ਤਾਂ ਨਾਨੀ ਮਾਂ ਦੇ ਜਿਹੜੇ ਟੇਸਟ ਸੀਗੇ ਥੋੜੇ ਹੋਰ ਤਰ੍ਹਾਂ ਦੇ ਸੀ ਤੇ ਨਾਨਾ ਜੀ ਦੇ ਉਹਦੇ ਜਿਹੜੇ ਟੇਸਟ ਸੀਗੇ ਇਹ ਕੁਝ ਹੋਰ। 13ਵਾਂ ਕੁਐਸਚਨ ਹੈ ਜੀ ਕਿ ਸਾਰਟਰੇਜ਼ ਗ੍ਰੈਂਡਮਦਰ ਐਂਡ ਮਦਰ ਸ਼ੇਅਰਡ ਅ ਸੀਕ੍ਰੇਟ, ਵਾਟ ਵਾਸ ਦਾ ਸੀਕ੍ਰੇਟ? ਤਾਂ ਜੌਨ ਪੌਲ ਸਾਰਟਰੇ ਦੀ ਜਿਹੜੀ ਨਾਨੀ ਮਾਂ ਸੀ ਅਤੇ ਉਸ ਦੀ ਮਾਂ, ਨਾਨੀ ਮਾਂ ਤੇ ਮਾਂ ਦੋਨੇ ਜਣੀਆਂ ਇੱਕ ਸੀਕ੍ਰੇਟ ਸ਼ੇਅਰ ਕਰਦੀਆਂ ਸੀ, ਇੱਕ ਭੇਦ ਸ਼ੇਅਰ ਕਰਦੀਆਂ ਸੀ। ਉਸ ਸੀਕ੍ਰੇਟ ਨੂੰ ਪੁੱਛਿਆ ਗਿਆ ਕਿ ਉਹ ਸੀਕ੍ਰੇਟ ਕਿਹੜਾ ਸੀ। ਤਾਂ ਯਾਦ ਕਰੋ ਬੱਚਿਓ, ਜਦੋਂ ਨਾਨੀ ਮਾਂ ਉਸਦੀ ਬੁੱਕਸ ਪੜ੍ਹਦੀ ਸੀ ਵਿੰਡੋ ਦੇ ਕੋਲੇ ਤੇ ਬੜੀ ਸਮਾਈਲਿੰਗ ਫੇਸ ਦੇ ਨਾਲ ਪੜ੍ਹਦੀ ਸੀ, ਜਦੋਂ ਉਹਨੂੰ ਕੋਈ ਲਾਈਨ ਜੀ ਮਿਲਦੀ ਜਿਹੜੀ ਉਹਨੂੰ ਬੜੀ ਵਧੀਆ ਲੱਗਦੀ ਤੇ ਇੱਕ ਬੜੀ ਵਲਪਚੁਅਸ ਸਮਾਈਲ ਆਉਂਦੀ ਉਹਦੇ ਚਿਹਰੇ ਤੇ, ਫਿਰ ਉਹ ਸਾਰਟਰੇ ਦੀ ਮਦਰ ਨੂੰ ਬੁਲਾਉਂਦੀ, ਆਪਣੀ ਕੁੜੀ ਨੂੰ ਬੁਲਾਉਂਦੀ ਕਿ ਆਹ ਦੇਖ ਕੀ ਲਿਖਿਆ ਹੋਇਆ। ਫਿਰ ਦੋਨੇ ਜਣੀਆਂ ਲਾਈਨਾਂ ਪੜ੍ਹਦੀਆਂ ਤੇ ਉਸਦੇ ਲਾਈਨ ਨੂੰ ਪੜ੍ਹ ਕੇ ਬੜਾ ਇੰਜੋਏ ਕਰਦੀਆਂ ਤੇ ਇੱਕ ਦੂਜੇ ਨੂੰ ਬੜੀਆਂ ਭੇਦ ਭਰੀਆਂ ਨਿਗਾਹਾਂ ਨਾਲ ਦੇਖਦੀਆਂ ਸੀ। ਤਾਂ ਇਹੀ ਕੁਐਸਚਨ ਪੁੱਛਿਆ ਗਿਆ ਕਿ ਉਹ ਸੀਕ੍ਰੇਟ ਕੀ ਸੀ। ਤਾਂ ਸੀਕ੍ਰੇਟ ਇਹ ਹੁੰਦਾ ਸੀ ਕਿ ਉਹ ਜਿਹੜੀ ਲਾਈਨ ਹੁੰਦੀ ਸੀ ਬੱਚੇ, ਉਹ ਸਪੈਸ਼ਲ ਫੀਮੇਲਸ ਲਈ ਲਿਖੀ ਗਈ ਹੁੰਦੀ ਸੀ ਲਾਈਨ, ਤੇ ਬੜੀ ਘਟੀਆ ਕਿਸਮ ਦੀ ਲਾਈਨ ਹੁੰਦੀ ਸੀਗੀ ਉਹ। ਤਾਂ ਅਸੀਂ ਆਨਸਰ ਲਿਖਾਂਗੇ ਦਾ ਸੀਕ੍ਰੇਟ ਵਾਸ ਅਬਾਊਟ ਫੈਮਿਨਿਨ ਐਂਡ ਆਫ ਇਨਫੀਰੀਅਰ ਕਲਟ। ਫੈਮਿਨਿਨ ਦਾ ਮਤਲਬ ਹੁੰਦਾ ਬੇਟਾ ਫੀਮੇਲ ਤੋਂ ਸ਼ਬਦ ਲਿਆ ਗਿਆ ਕਿ ਜਿਹੜੀਆਂ ਚੀਜ਼ਾਂ ਲੇਡੀਜ਼ ਦੇ ਨਾਲ ਸੰਬੰਧ ਰੱਖਦੀਆਂ ਨੇ ਉਹਨੂੰ ਆਪਾਂ ਫੈਮਿਨਿਨ ਕਹਿੰਦੇ ਆ। ਇਨਫੀਰੀਅਰ ਕਲਟ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਘਟੀਆ। ਤਾਂ ਐਦਾਂ ਦੇ ਵਾਕ ਉਹ ਆਪਣੀ ਬੇਟੀ ਨੂੰ ਬੁਲਾ ਕੇ ਦਿਖਾਉਂਦੀ ਸੀ ਤੇ ਦੋਨੇ ਜਣੀਆਂ ਬੜੀਆਂ ਭੇਦ ਭਰੀਆਂ ਨਿਗਾਹਾਂ ਨਾਲ ਇੱਕ ਦੂਜੇ ਨੂੰ ਦੇਖਦੀਆਂ ਸੀ। ਅੱਗੇ ਹੈ ਜੀ ਸਾਡਾ 14th ਕੁਐਸਚਨ, ਡਿਸਕ੍ਰਾਈਬ ਰਾਈਟਰਸ ਫੀਲਿੰਗ ਐਜ਼ ਅ ਚਾਈਲਡ ਅਬਾਊਟ ਹਿਸ ਗ੍ਰੈਂਡਫਾਦਰ ਸਟੱਡੀ ਰੂਮ। ਇੰਪੋਰਟੈਂਟ ਕੁਐਸਚਨ ਹੈ ਜੀ ਕਿ ਰਾਈਟਰ ਦੀਆਂ ਫੀਲਿੰਗਸ ਨੇ ਦੱਸਣੀਆਂ ਨੇ, ਜੌਨ ਪੌਲ ਸਾਰਟਰੇ ਦੀਆਂ ਫੀਲਿੰਗ ਦੱਸਣੀਆਂ ਨੇ ਇੱਕ ਚਾਈਲਡ ਵਜੋਂ, ਇੱਕ ਬੱਚੇ ਵਜੋਂ ਆਪਣੇ ਨਾਨਾ ਜੀ ਦੇ ਸਟੱਡੀ ਰੂਮ ਦੇ ਬਾਰੇ, ਕਿ ਇੱਕ ਬੱਚੇ ਦੀਆਂ ਫੀਲਿੰਗਸ ਕਿੱਦਾਂ ਦੀਆਂ ਸੀਗੀਆਂ ਆਪਣੇ ਨਾਨਾ ਜੀ ਦੇ ਸਟੱਡੀ ਰੂਮ ਦੇ ਬਾਰੇ। ਤਾਂ ਆਨਸਰ ਹੈ ਜੀ ਕਿ ਦਾ ਸਟੱਡੀ ਰੂਮ ਆਫ ਦਾ ਗ੍ਰੈਂਡਫਾਦਰ ਵਾਜ਼ ਅ ਲਿਟਲ ਹੋਲੀ ਪਲੇਸ। ਅਸੀਂ ਪਹਿਲਾਂ ਵੀ ਕਿਹਾ ਕਿ ਇਹ ਇੱਕ ਪਵਿੱਤਰ ਜਗ੍ਹਾ ਸੀ ਉਸ ਦੇ ਲਈ। ਹੀ ਲਵਡ ਦਾ ਬੁੱਕਸ ਵੈਰੀ ਮਚ, ਬਹੁਤ ਜ਼ਿਆਦਾ ਪਸੰਦ ਕਰਦਾ ਸੀ ਗ੍ਰੈਂਡਫਾਦਰ ਉਸ ਦਾ ਬੁੱਕਸ ਨੂੰ। ਇੱਥੇ ਹੀ ਦਾ ਮਤਲਬ ਗ੍ਰੈਂਡਫਾਦਰ ਹੈ। ਹੀ ਵਾਜ਼ ਲਾਈਕ ਅ ਪ੍ਰੀਸਟ ਆਫ ਦੈਟ ਹੋਲੀ ਪਲੇਸ। ਤਾਂ ਹੀ ਫਿਰ ਗ੍ਰੈਂਡਫਾਦਰ ਨੂੰ ਕਿਹਾ ਗਿਆ ਕਿ ਉਸਦੇ ਨਾਨਾ ਜੀ ਇੱਕ ਪ੍ਰੀਸਟ ਵਰਗੇ ਸੀਗੇ, ਪਾਦਰੀ ਵਰਗੇ ਸੀਗੇ ਉਸ ਹੋਲੀ ਪਲੇਸ ਦੇ। ਦਾ ਚਾਈਲਡਹੁੱਡ ਆਫ ਦਾ ਰਾਈਟਰ ਵਾਜ਼ ਸਪੈਂਟ ਅਮੰਗ ਬੁੱਕਸ। ਹੁਣ ਰਾਈਟਰ ਦਾ ਜਿਹੜਾ ਚਾਈਲਡਹੁੱਡ ਸੀ, ਬਚਪਨ ਸੀ, ਪਹਿਲਾਂ ਵੀ ਲਾਈਨ ਬੇਟਾ 2-3 ਵਾਰੀ ਆ ਗਈ, ਦੁਬਾਰਾ ਆ ਰਹੀ ਹੈ ਕਿ ਬੁੱਕਸ ਦੇ ਵਿੱਚ ਹੀ ਬੀਤਿਆ ਸੀ। ਹੀ ਹੈਡ ਗ੍ਰੇਟ ਲਵ ਫॉर ਦਾ ਬੁੱਕਸ। ਤਾਂ ਉਹ ਬੁੱਕਸ ਦੇ ਲਈ ਬਹੁਤ ਜ਼ਿਆਦਾ ਉਸਦੇ ਮਨ 'ਚ ਅਥਾਹ ਪਿਆਰ ਸੀ। ਤਾਂ ਇਹ ਪੂਰੀਆਂ ਲਾਈਨਾਂ ਦੁਬਾਰਾ ਆਈਆਂ ਨੇ, ਉਮੀਦ ਹੈ ਸਮਝ ਆ ਗਿਆ ਹੋਣਾ। ਹਾਂਜੀ, ਸਾਡਾ 15ਵਾਂ ਕੁਐਸਚਨ ਹੈ ਕਿ ਵਾਟ ਡਿਡ ਦਾ ਗ੍ਰੈਂਡਫਾਦਰ ਡੂ ਔਨ ਸੰਡੇਜ਼। ਚੈਪਟਰ ਦੇ ਬਿਲਕੁਲ ਅਖੀਰ 'ਚ ਆਉਂਦਾ ਜੀ ਇਹ ਕਿ ਗ੍ਰੈਂਡਫਾਦਰ ਸੰਡੇਜ਼ ਨੂੰ ਕੀ ਕਰਦਾ ਸੀ, ਐਤਵਾਰ ਨੂੰ ਕੀ ਕਰਦਾ ਸੀ। ਤਾਂ ਆਨਸਰ ਹੈ ਜੀ ਕਿ ਹੀ ਆਫਨ ਵੈਂਟ ਇਨਟੂ ਦਾ ਰੂਮ ਆਫ ਦਾ ਗ੍ਰੈਂਡਮਦਰ। ਉਹਦੇ ਕੋਲ ਹੋਰ ਤਾਂ ਕੁਝ ਕਰਨ ਨੂੰ ਹੁੰਦਾ ਨਹੀਂ ਸੀ, ਸੰਡੇ ਨੂੰ ਜਮਾ ਹੀ ਵਿਹਲਾ ਹੁੰਦਾ ਸੀ। ਤਾਂ ਫਿਰ ਉਹ ਅਕਸਰ, ਆਫਨ ਦਾ ਮਤਲਬ ਅਕਸਰ, ਨਾਨੀ ਮਾਂ ਦੇ ਕਮਰੇ 'ਚ ਜਾਂਦਾ। ਹੀ ਵੁੱਡ ਡਰਮ ਔਨ ਦਾ ਵਿੰਡੋ ਪੇਨ। ਤਾਂ ਉਹ ਵਿੰਡੋ ਪੇਨ ਦੇ ਕੋਲ ਜਾਂਦਾ। ਵਿੰਡੋ ਪੇਨ ਕਿਹਾ ਜਾਂਦਾ ਬੇਟਾ ਜਿਹੜਾ ਖਿੜਕੀ ਦਾ ਸ਼ੀਸ਼ਾ ਹੁੰਦਾ ਨਾ, ਉਸ ਨੂੰ ਆਪਾਂ ਵਿੰਡੋ ਪੇਨ ਕਹਿੰਦੇ ਹਾਂ। ਅਤੇ ਤੁਹਾਨੂੰ ਪਤਾ ਇਹ ਵੀ ਕਿ ਉਸ ਖਿੜਕੀ ਦੇ ਕੋਲੇ ਉਸ ਦੀ ਗ੍ਰੈਂਡਮਦਰ ਨਾਨੀ ਮਾਂ ਬੈਠੀ ਹੁੰਦੀ ਸੀ, ਬੁੱਕ ਪੜ੍ਹ ਰਹੀ ਹੁੰਦੀ ਸੀ। ਤਾਂ ਉਹਦੇ ਕੋਲੇ ਜਾ ਕੇ ਉਹ ਉਸ ਖਿੜਕੀ ਦੇ ਸ਼ੀਸ਼ੇ 'ਤੇ ਡਰਮਿੰਗ ਕਰਨ ਲੱਗ ਜਾਂਦਾ, ਮਤਲਬ ਕਿ ਉਸ ਨੂੰ ਹੱਥ ਦੇ ਨਾਲ, ਫਿੰਗਰਸ ਦੇ ਨਾਲ ਥਪਥਪਾਉਣ ਲੱਗ ਜਾਂਦਾ, ਜਿਵੇਂ ਆਪਾਂ ਕੋਈ ਟਿਊਨ ਜੀ ਕੱਢਦੇ ਹੁੰਦੇ ਹਾਂ ਤਾਂ ਇਸ ਤਰ੍ਹਾਂ ਕਰਨ ਲੱਗ ਜਾਂਦਾ। ਫਿਰ ਕੀ ਕਰਦਾ ਉਹ? ਹੀ ਵੁੱਡ ਸਨੈਚ ਦਾ ਬੁੱਕ ਫਰੋਮ ਹਰ। ਕਿਉਂਕਿ ਉਸ ਦੀ ਨਾਨੀ ਮਾਂ ਬੁੱਕ ਪੜ੍ਹ ਰਹੀ ਹੈ ਬੈਠੀ, ਤਾਂ ਫਿਰ ਉਹ ਇੱਕਦਮ ਸਨੈਚ ਕਰਦਾ। ਸਨੈਚ ਦਾ ਮਤਲਬ ਖੋਹਦਾ, ਖੋਹਣਾ, ਖੋਹਣ ਨੂੰ ਆਪਾਂ ਸਨੈਚ ਕਹਿੰਦੇ ਹਾਂ। ਤਾਂ ਉਹ ਜਿਹੜੀ ਬੁੱਕ ਨਾਨੀ ਮਾਂ ਪੜ੍ਹ ਰਹੀ ਹੁੰਦੀ ਉਸ ਦੇ ਹੱਥਾਂ ਤੋਂ ਉਹ ਖੋਹ ਲੈਂਦਾ। ਹੀ ਟਰਾਈ ਟੂ ਰੀਡ ਦਾ ਬੁੱਕ। ਉਹ ਉਸ ਬੁੱਕ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦਾ, ਬਟ ਹੀ ਕੁਡ ਨਾਟ ਅੰਡਰਸਟੈਂਡ ਇਟ। ਪਰ ਉਹ ਉਸ ਨੂੰ ਨਾ ਪੜ੍ਹ ਪਾਉਂਦਾ ਕਿਉਂਕਿ ਉਸਦੇ ਆਪਣੇ ਟੇਸਟ ਹੋਰ ਹੈ ਨਾ, ਨਾਨਾ ਜੀ ਦੇ ਟੇਸਟ ਹੋਰ ਹੈ। ਉੱਦਾਂ ਦੀਆਂ ਬੁੱਕਸ ਨਹੀਂ ਪੜ੍ਹਦੇ, ਉਹ ਹੋਰ ਤਰ੍ਹਾਂ ਦੀਆਂ ਬੁੱਕਸ ਪੜ੍ਹਦੇ ਨੇ। ਤਾਂ ਉਹਨਾਂ ਨੂੰ ਨਾਨੀ ਮਾਂ ਦੀਆਂ ਬੁੱਕਸ ਸਮਝ ਹੀ ਨਹੀਂ ਆਉਂਦੀਆਂ ਵੀ ਕੀ ਲਿਖਿਆ ਹੋਇਆ। ਹਾਲਾਂਕਿ ਨਾਨੀ ਮਾਂ ਬੜੀ ਇੰਜੋਏ ਕਰਦੀਆਂ ਉਹ ਲਾਈਨਾਂ ਨੂੰ ਅਤੇ ਆਪਣੀ ਕੁੜੀ ਨੂੰ ਵੀ ਪੜ੍ਹਾਉਂਦੀਆਂ ਲਾਈਨਾਂ ਬੁਲਾ ਬੁਲਾ ਕੇ। ਦੈਨ ਹੀ ਵੁੱਡ ਥਰੋ ਦਾ ਬੁੱਕ ਔਨ ਦਾ ਟੇਬਲ। ਫਿਰ ਉਹ ਕੀ ਕਰਦਾ, ਜਦ ਉਹਨੂੰ ਸਮਝ ਨਾ ਆਉਂਦੀ ਲਾਈਨ, ਤਾਂ ਫਿਰ ਉਹ ਬੁੱਕ ਨੂੰ ਟੇਬਲ ਦੇ ਉੱਪਰ ਸੁੱਟ ਕੇ ਚਲਾ ਜਾਂਦਾ। ਸਾਨੂੰ ਇਹ ਵੀ ਪਤਾ ਹੈ ਕਿ ਉਹ ਅਪ ਸ਼ਰਗਿੰਗ ਦਾ ਸ਼ੋਲਡਰਸ, ਕਿ ਜਿਹੜੀਆਂ ਉਸਦੇ ਮੋਢੇ ਮਾਰਦਾ ਹੋਇਆ ਉਹ ਬਾਹਰ ਚਲਾ ਜਾਂਦਾ।
ਨਾਨੀ ਮਾਂ ਸੀਗੀ ਉਹ ਵੀ ਕਹਿੰਦੀ ਹੁੰਦੀ ਸੀ ਕਿ ਜੇ ਤੈਨੂੰ ਸਮਝ ਨਹੀਂ ਆਉਂਦੀ ਤਾਂ ਤੈਨੂੰ ਲੋੜ ਕੀ ਹੈ ਸਮਝਣ ਦੀ। ਅਤੇ ਉਸ ਤੋਂ ਬਾਅਦ ਉਹ ਇਹ ਵੀ ਕਹਿੰਦੀ ਕਿ ਯੂ ਸ਼ੁੱਡ ਰੀਡ ਬਿਟਵੀਨ ਦਾ ਲਾਈਨਸ। ਤਾਂ ਇੱਕ ਈਡੀਅਮ ਆਇਆ ਸੀ ਰੀਡ ਬਿਟਵੀਨ ਦਾ ਲਾਈਨਸ। ਤਾਂ ਰੀਡ ਬਿਟਵੀਨ ਦਾ ਲਾਈਨਸ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਲਾਈਨ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਕਈ ਵਾਰੀ ਲਾਈਨ ਦੇ ਵਿੱਚ ਕੋਈ ਡੂੰਘੇ ਅਰਥ ਲਿਖੇ ਹੁੰਦੇ ਨੇ ਤਾਂ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਤਾਂ ਇਹ ਵੀ ਗੱਲ ਉਸਦੀ ਨਾਨੀ ਮਾਂ ਨਾਨਾ ਜੀ ਨੂੰ ਕਹਿੰਦੀ ਸੀਗੀ। ਹਾਂਜੀ, ਇਸੇ ਦੇ ਨਾਲ ਸਾਡੇ ਸਾਰੇ ਕੁਐਸਚਨਸ ਕਵਰ ਹੁੰਦੇ ਹੈ। ਉਮੀਦ ਹੈ ਬੱਚਿਓ ਕਿ ਤੁਹਾਨੂੰ ਇਹ ਸਾਰੇ ਕੁਐਸਚਨ ਆਨਸਰਸ ਸਮਝ ਆ ਗਏ ਹੋਣਗੇ। ਮੈਨੂੰ ਪੂਰੀ ਉਮੀਦ ਹੈ ਕਿ ਐਗਜ਼ਾਮਸ ਦੇ ਵਿੱਚ ਜੇ ਕੋਈ ਵੀ ਕੁਐਸਚਨ ਤੁਹਾਡਾ ਇਸ ਚੈਪਟਰ ਦੇ ਵਿੱਚੋਂ ਸਿਲੈਕਟ ਹੁੰਦਾ ਹੈ ਤਾਂ ਇਹਨਾਂ ਦੇ ਵਿੱਚੋਂ ਹੀ ਬੇਟਾ ਇਹ ਸਿਲੈਕਟ ਹੋ ਜਾਏਗਾ। ਫਿਰ ਵੀ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਵੀਡੀਓ ਦੇ ਐਂਡ 'ਤੇ ਤੁਹਾਨੂੰ ਮੈਂ ਆਪਣੇ ਦੁਆਰਾ ਬਣਾਏ ਹੋਏ ਹੋਰ +2 ਇੰਗਲਿਸ਼ ਇਲੈਕਟਿਵ ਦੇ ਬਹੁਤ ਸਾਰੇ ਵੀਡੀਓਜ਼ ਦੇ ਲਿੰਕ ਸਕਰੀਨ ਦੇ ਉੱਪਰ ਸ਼ੇਅਰ ਕਰ ਰਿਹਾ ਹਾਂ। ਨੈਕਸਟ ਵੀਡੀਓ ਦੇ ਵਿੱਚ ਆਪਾਂ +2 ਇੰਗਲਿਸ਼ ਇਲੈਕਟਿਵ ਦੇ ਕਿਸੇ ਹੋਰ ਚੈਪਟਰ ਨੂੰ ਲੈ ਕੇ ਮਿਲਾਂਗੇ ਜੀ। ਫਿਰ ਮਿਲਦੇ ਹਾਂ। ਧੰਨਵਾਦ।